ਅੱਜ ਆਪਾਂ ਨਵੀਂ ਵਾਰ ਸ਼ੁਰੂ ਕਰਨ ਲੱਗੇ ਹਾਂ ਜੀ। 585 ਅੰਗ ਦੇ ਉੱਤੇ ਵਡਹੰਸ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਵਾਰ। ਇਹ ਪਹਿਲਾਂ ਵੀ ਜਿਹੜੀ ਆਪਾਂ ਵਾਰ ਲਈ ਉਹ ਵੀ ਚੌਥੀ ਪਾਤਸ਼ਾਹੀ ਦੀ ਸੀਗੀ। ਤੇ ਇਹ ਵਾਰ ਜਿਹੜੀ ਹੈਗੀ ਆ 585 585 ਅੰਗ ਦੇ ਉੱਤੇ ਹੈਗੀ। वडहंस की वार महला चौथा। लल्ला बहलीमा की धुन गावनी। एक ओंकार सतगुर प्रसाद। लल्ला बहलीमा ਇਹ ਦੋ ਜਿਹੜੇ ਸੀ ਰਾਜੇ ਸੀਗੇ, ਨੇੜੇ ਨੇੜੇ ਹੀ ਸੀਗੇ, ਇਹਨਾਂ ਦੀ ਸੀਮਾ ਲੱਗਦੀ ਸੀ ਆਪਸ ਦੇ ਵਿੱਚ। ਤੇ ਇੱਕ ਵਾਰੀ ਅਕਾਲ ਪੈ ਗਿਆ ਤੇ ਲੱਲਾ ਜਿਹੜਾ ਸੀਗਾ ਉਹਨੇ ਬੈਲੀਮਾ ਨੂੰ ਕਿਹਾ ਵੀ ਮੈਂ ਤੇਰੀ ਨਹਿਰ ਦਾ ਪਾਣੀ ਸਾਨੂੰ ਦੇ ਦੇ। ਦੇਖ ਲਓ ਉਦੋਂ ਵੀ ਜਿਹੜੀਆਂ ਹੈਗੀਆਂ ਨਹਿਰਾਂ ਸੀਗੀਆਂ। ਤੇ ਜਦ ਫਸਲ ਹੋਊਗੀ ਉਹਦਾ 1/6 ਹਿੱਸਾ ਅਸੀਂ ਦੇ ਦਾਂਗੇ। ਤੇ ਉਹ ਫਿਰ ਉਹਨਾਂ ਨੇ ਨਹਿਰ ਦਾ ਪਾਣੀ ਦਿੱਤਾ, ਫਸਲ ਹੋਈ। ਤੇ ਇਹ ਫਿਰ ਮੁੱਕਰ ਗਿਆ, ਲੱਲਾ ਮੁੱਕਰ ਗਿਆ। ਇਹਨੇ ਨਹੀਂ ਦਿੱਤਾ 1/6 ਹਿੱਸਾ। ਤੇ ਫਿਰ ਇਹਨਾਂ ਦੀ ਜਿਹੜੀ ਆਪਸ 'ਚ ਲੜਾਈ ਹੋਈ ਤੇ ਇਹਦੇ ਵਿੱਚ ਬਹਿਲੀਮਾ ਜਿੱਤ ਗਿਆ। ਔਰ ਫਿਰ ਇਹਨੇ ਜਿਹੜਾ ਹੈਗਾ ਉਹਨੂੰ ਛੱਡ ਦਿੱਤਾ ਤੇ ਮਾਫੀ ਮੰਗ ਲਈ, ਉਹਨੇ ਛੱਡਤਾ। ਉਹਦੀ ਧੁਨ ਦੇ ਉੱਤੇ ਆਪਾਂ ਨੂੰ ਹਿਦਾਇਤ ਆ ਵੀ ਪੰਜਵੀਂ ਪਾਤਸ਼ਾਹੀ ਨੇ ਵੀ ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਤੀਜਾ। ਸ਼ਬਦੇ ਰਤੇ ਵਡਹੰਸ ਹੈ ਸੱਚ ਨਾਮ ਉਰ ਧਾਰ। ਹੁਣ ਇੱਥੇ ਵਡਹੰਸ ਦੀ ਗੱਲ ਹੈ। ਬਾਣੀ ਜਿਹੜੀ ਹੈ ਬਾਰ-ਬਾਰ ਜਿਹੜੀ ਹੈਗੀ ਹੰਸ ਦੇ ਨਾਲ ਕੰਪੈਰੀਜ਼ਨ ਕਰਦੀ ਹੈ। ਸਿੱਖ ਦਾ, ਅਭਿਆਸੀ ਦਾ, ਸਾਧੂ ਦਾ ਕੰਪੈਰੀਜ਼ਨ ਹੰਸ ਦੇ ਨਾਲ ਕਰ ਰਹੀ। ਮਹਾਰਾਜ ਇੱਥੇ ਹੰਸ ਤੋਂ ਵੀ ਵੱਡ ਹੰਸ ਕਹਿ ਰਹੇ ਹੈ। ਹੰਸ ਜਿਹੜਾ ਹੁੰਦਾ ਹੈ ਉਹਦੇ ਵਿੱਚ ਵਿਵੇਕ ਬੁੱਧੀ ਹੁੰਦੀ ਹੈ। ਹੰਸ ਜਿਹੜਾ ਹੁੰਦਾ ਹੈ ਉਹ ਜਿਹੜਾ ਹੈਗਾ ਪਹਿਲਾਂ ਤਾਂ ਮੋਤੀ ਚੁਗਦਾ ਹੈ ਤੇ ਜਿਹੜਾ ਆਪਣੇ ਇਹ ਦੂਸਰਾ ਜਿਹੜਾ ਬਗਲਾ ਹੁੰਦਾ ਹੈ ਉਹਨੇ ਡੱਡੂ ਖਾਣੇ ਹੁੰਦੇ ਆ, ਮੱਛੀਆਂ ਡੱਡੂ। ਤੇ ਹੰਸ ਜਿਹੜਾ ਹੁੰਦਾ ਹੈ ਉਹਦੀ ਇੱਕ ਹੋਰ ਵਿਸ਼ੇਸ਼ਤਾ ਹੈਗੀ ਕਿ ਉਹ ਦੁੱਧ ਜਿਹੜਾ ਹੁੰਦਾ ਹੈ, ਦੁੱਧ ਦੇ ਵਿੱਚ ਉਹਨੇ ਚੁੰਝ ਪਾਉਣੀ ਆ ਤੇ ਦੁੱਧ ਜਿਹੜਾ ਹੈਗਾ ਉਹਦੇ ਦੁੱਧ ਦੀਆਂ ਫੁੱਟੀਆਂ ਜਿਹੜੀਆਂ ਬਣ ਜਾਣਗੀਆਂ। ਉਹਦੀ ਚੁੰਝ ਦੇ ਵਿੱਚ ਐਸਾ ਉਹਦਾ ਐਸਿਡ ਹੁੰਦਾ ਹੈ ਕੋਈ, ਉਹਦੇ ਨਾਲ ਉਹਨੇ ਫੁੱਟੀਆਂ ਖਾ ਲੈਣੀਆਂ, ਪਾਣੀ ਰਹਿਣ ਦੇਣਾ। ਇਸ ਕਰਕੇ ਬਾਣੀ ਜਿਹੜੀ ਹੈਗੀ ਹੰਸ ਦੇ ਨਾਲ ਇਹੀ ਬਿਰਤੀ ਜਿਹੜੀ ਹੈਗੀ। ਮਹਾਰਾਜ ਕਹਿੰਦੇ ਆ ਜਿਹੜੇ ਧਿਆਨ ਸਿਮਰਨ ਕਰਦੇ ਆ, ਭਗਤੀ ਕਰਦੇ ਆ, ਉਹਨਾਂ ਦੀ ਬਿਰਤੀ ਇਸੇ ਤਰ੍ਹਾਂ ਵਿਵੇਕ ਬੁੱਧੀ ਵਾਲੀ ਹੋ ਜਾਂਦੀ ਹੈ। ਮਹਾਰਾਜ ਇੱਕ ਜਗ੍ਹਾ ਕਹਿੰਦੇ ਕਿ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਉਹਦੇ ਕਰਮ ਕਾਂਡ ਦੱਸਿਆ, ਉਹਦੇ 'ਚ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕਾਹਮ ਬੁੱਧ ਬਾਧੇ। ਕਹਿੰਦੇ ਪੰਜਾਂ ਦੇ ਨਾਲ ਤਾਂ ਸਾਥ ਮੇਰਾ ਛੁੱਟੀ ਨਹੀਂ ਰਿਹਾ ਪਾਠ ਕਰਨ ਦੇ ਨਾਲ, ਔਰ ਜਿਹੜੀ ਹੈ ਕਿ ਜੋਗੀਆਂ ਵਾਲੇ ਕਰਮ ਕਰਨ ਦੇ ਨਾਲ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਕਹਿੰਦੇ ਅਨੇਕਾਂ ਕਰਮ ਕਰ ਲਏ। ਇਸ ਤਰੀਕੇ ਨਾਲ ਮੇਰਾ ਜਿਹੜਾ ਹੈਗਾ ਆਪਣੀ ਆਤਮਾ ਤੱਕ ਦੀ ਯਾਤਰਾ ਹੋ ਨਹੀਂ ਰਹੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤਾਂ ਮਿਲਣ ਹੋ ਹੀ ਨਹੀਂ ਸਕਦਾ ਭਾਈ। ਪੰਜਵੀਂ ਪਾਤਸ਼ਾਹੀ ਦਾ ਸ਼ਬਦ ਹੈਗਾ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਮੈਨੂੰ ਵਿਵੇਕ ਬੁੱਧੀ ਦਿਓ, ਮੈਨੂੰ ਹੰਸ ਵਾਲੀ ਬਿਰਤੀ ਦਿਓ ਮਹਾਰਾਜ ਜੀ, ਤਾਂ ਕਿ ਮੈਂ ਜਿਹੜਾ ਹੈਗਾ ਸੱਚ ਨੂੰ ਫੜ ਸਕਾਂ, ਮੈਂ ਝੂਠ ਦੇ ਵਿੱਚੋਂ ਸੱਚ ਨੂੰ ਫੜ ਸਕਾਂ। ਸ਼ਬਦ ਰਤੇ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਆ। ਸ਼ਲੋਕ ਮਹਲਾ ਤੀਜਾ। ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰ ਧਾਰ। ਕਹਿੰਦੇ ਸ਼ਬਦ ਦੇ ਵਿੱਚ ਰਤਿਆ ਜਾਏਗਾ ਤਾਂ ਵਡ ਹੰਸ ਹੋਏਗਾ। ਭਾਈ ਹੰਸ ਕੀ ਵਡ ਹੰਸ ਹੋ ਜਾਏਗਾ।
सच नाम उर धार, संत बन जाएगा, संत बन जाएगा। सच नाम उर धार, सच्चे नाम ਨੂੰ ਉਰ ਦੇ ਵਿੱਚ ਧਾਰਨਾ ਪਊਗਾ। ਸੱਚ ਨਾਮ ਉਰ ਧਾਰ, ਸੱਚ ਨੂੰ ਉਰ ਦੇ ਵਿੱਚ ਲੈ ਕੇ ਜਾਣਾ ਪਊਗਾ। ਸੱਚ ਵੱਲ ਨੂੰ ਚੱਲਣ ਦਾ ਪਹਿਲਾਂ ਸੱਚ ਵੱਲ ਨੂੰ ਚੱਲਣ ਦੀ ਇੱਛਾ ਕਰਨੀ ਪਊਗੀ ਆਪਣੇ ਅੰਦਰ, ਵੀ ਮੈਂ ਸੱਚ ਨੂੰ ਚਾਹੁੰਦਾ, ਸੱਚ ਇਕੱਠਾ ਕਰੂੰਗਾ, ਸੱਚ ਤੇ ਚੱਲੂੰਗਾ, ਜੀਵਨ ਦੇ ਵਿੱਚ ਸੱਚ ਲੈ ਕੇ ਆਊਂਗਾ। ਸੱਚ ਸੰਗ ਰਹੈਂ ਸਦ ਸੱਚ ਰਹੈਂ, ਸੱਚੇ ਨਾਮ ਪਿਆਰ। ਦੇਖੋ ਸੰਗ੍ਰਹਿ ਦਾ ਕੀ ਮਤਲਬ ਹੋਇਆ? ਸੰਗ੍ਰਹਿ ਦਾ ਮਤਲਬ ਹੋਇਆ ਇਕੱਠਾ ਕਰਨਾ। ਕਹਿੰਦੇ ਸੱਚ ਨੂੰ ਇਕੱਠਾ ਕਰਨਾ ਹੈ। ਹੁਣ ਸੱਚ ਨੂੰ ਕਿਵੇਂ ਇਕੱਠਾ ਕਰਨਾ ਹੈ ਭਾਈ? ਬਸ ਇੱਥੇ ਭੇਤ ਹੈਗਾ। ਸੱਚ ਜਿਹੜਾ ਹੈਗਾ, ਸਵਾਸ ਮਿਲੇ ਹੋਏ ਆਪਾਂ ਨੂੰ, ਆਪਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਲੈ ਕੇ ਆਉਣਾ ਹੈ। ਔਰ ਸੱਚ ਜਿਹੜਾ ਹੈਗਾ ਉਹ ਹੈਗੀ ਆਤਮਾ, ਉਹ ਹੈਗਾ ਪਰਮਾਤਮਾ। ਔਰ ਬਾਕੀ ਕੱਚ ਜਿਹੜਾ ਹੈਗਾ ਉਹ ਮਾਇਆ ਹੈਗੀ। ਇਹ ਪਦਾਰਥ, ਆਕਾਰ, ਪੰਜਾਂ ਤੱਤਾਂ ਦੀ ਜੋ ਵੀ ਚਮਕ ਦੀ ਰਚਨਾ ਹੈਗੀ ਆ। ਕਹਿੰਦੇ ਸੱਚ ਇਕੱਠਾ ਕਰਨਾ ਹੈ। ਸੱਚ ਸੰਗ੍ਰਹਿ, ਜਿਹੜੇ ਵਡਹੰਸ ਹੁੰਦੇ ਆ, ਸਦ ਸੱਚੇ ਰਹੇ, ਹਮੇਸ਼ਾ ਸੱਚ ਦੇ ਵਿੱਚ ਹੀ ਰਹਿੰਦੇ ਆ। ਸੱਚੇ ਨਾਮ ਹੈ ਪਿਆਰ, ਉਹਨਾਂ ਨੂੰ ਸੱਚੇ ਨਾਮ ਦੇ ਨਾਲ ਪਿਆਰ ਹੁੰਦਾ ਹੈ। ਆਹੀ ਭਗਤੀ ਹੈਗੀ ਆ। ਆਹੀ ਇਸ ਦੁਨੀਆ ਦੇ ਵਿੱਚ, ਮਨੁੱਖੀ ਜੂਨ ਦੇ ਵਿੱਚ ਆ ਕੇ ਇਹੀ ਲਾਭ ਹੈਗਾ ਭਾਈ। ਸਦਾ ਨਿਰਮਲ ਮੈਲ ਨਾ ਲੱਗਈ। ਹੁਣ ਸੱਚ ਨੂੰ ਸੱਚ ਸੰਗ੍ਰਹਿ ਲਿਖਿਆ ਹੋਇਆ। ਸੰਗ੍ਰਹਿ ਦਾ ਮਤਲਬ ਇਕੱਠਾ ਕਰਨਾ। ਸਵਾਸ ਜਿਹੜੇ ਹੈਗੇ, ਜਦ ਆਪਾਂ ਸੱਚ ਦੇ ਨਾਲ ਜੁੜਦੇ ਹਾਂ, ਕੱਚ ਤੋਂ ਹਟਦੇ ਹਾਂ, ਜਦ ਆਪਾਂ ਕੱਚ ਤੋਂ, ਆਪਣੇ ਮਾਇਆ ਤੋਂ ਵਿਚਾਰ ਜਿਹੜੇ ਹੈਗੇ ਉਹਨਾਂ ਨੂੰ ਸੰਕੋਚਦੇ ਹਾਂ, ਅਤੇ ਆਟੋਮੈਟਿਕਲੀ ਜਿਹੜੇ ਹੈਗੇ ਸੱਚ ਦੇ ਨਾਲ ਸਵਾਸ ਲੱਗਣੇ ਸ਼ੁਰੂ ਹੋ ਜਾਂਦੇ। ਸੁੰਨ ਗੁਫਾ ਮੇ ਆਸਣ ਬੈਸਣ, ਇੱਥੇ ਜਿਹੜਾ ਸੱਚ ਜਿਹੜਾ ਇਕੱਠਾ ਹੁੰਦਾ ਹੈ। ਕਲਪ ਵਿਵਰਜਿਤ ਪੰਥਾ, ਕਲਪਨਾ ਵਿਵਰਜਿਤ ਹੈਗੀ। ਕਲਪਨਾ ਲੈ ਲਈ ਤੇ ਕੱਚ ਆ ਗਿਆ। ਬਾਣੀ ਬਿਲਕੁਲ ਈਜ਼ੀ ਹੈਗੀ ਆ। ਬਿਲਕੁਲ ਧਿਆਨ ਦੇ ਨਾਲ ਆਪਾਂ ਸਮਝ ਲਈਏ ਔਰ ਉਹ ਕੰਮ ਕਰੀਏ। ਇੱਥੇ ਜਿਹੜਾ ਹੈਗਾ ਖਾਲੀ ਜਿਹੜਾ ਹੈਗਾ ਆਪਾਂ ਕਰਮ ਕਾਂਡ ਕਰ ਕਰਕੇ, ਰੂਟੀਨ ਕਰ ਕਰਕੇ ਆਪਣੇ ਜਿਹੜੇ ਹੈਗੇ ਜੀਵਨ ਜਿਹੜਾ ਹੈਗਾ ਅਜ਼ਾਈਂ ਗਵਾ ਕੇ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਜੀਵਨ ਆਪਣਾ ਹੈਗਾ। ਆਪਾਂ ਕਿਸੇ ਦੇ ਪਿੱਛੇ ਜਿਹੜਾ ਹੈਗਾ ਸੁਸਾਇਟੀ, ਮੌਬ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਆਪਣਾ ਜੀਵਨ ਬਰਬਾਦ ਕਰੀਏ, ਇਹ ਕੋਈ ਜਿਹੜੀ ਹੈਗੀ ਵਿਵੇਕ ਬੁੱਧੀ ਵਾਲਾ ਕੰਮ ਨਹੀਂ ਹੈਗਾ। ਸਦਾ ਨਿਰਮਲ ਮੈਲ ਨਾ ਲੱਗ ਗਈ, ਨਦਰੇ ਕੀਤੀ ਕਰਤਾਰ। ਕਹਿੰਦਾ ਹਮੇਸ਼ਾ ਨਿਰਮਲ ਰਹੇਗਾ ਭਾਈ ਜਿਹੜਾ ਸੱਚ ਦੇ ਨਾਲ ਜੁੜ ਗਿਆ। ਵੀ ਸੱਚ ਤੋਂ ਨਿਰਮਲ ਕਿਹੜੀ ਚੀਜ਼ ਹੋ ਸਕਦੀ ਹੈ? ਮੈਲ ਕਾਹਦੀ ਲੱਗਣੀ ਹੈ? ਕੱਚ ਦੀ ਲੱਗਣੀ ਹੈ, ਝੂਠ ਦੀ ਲੱਗਣੀ ਆ। ਸੱਚ ਨਿਰਮਲ ਮੈਲ ਨਾ ਲੱਗ ਗਈ, ਨਦਰ ਕੀਤੀ ਕਰਤਾਰ। ਮੈਲ ਕੀ ਹੈ? ਵਿਚਾਰਾਂ ਦੀ ਮੈਲ ਹੈ। ਮੈਲ ਸੰਸਕਾਰਾਂ ਦੀ ਹੈਗੀ ਆ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਨਜ਼ਰ ਕਰ ਦਿੰਦਾ ਹੈ, ਮਿਹਰ ਕਰ ਦਿੰਦਾ ਹੈ। ਨਾਨਕ ਹਉ ਤਿਨਹਿ ਕੇ ਬਲਿਹਾਰਣੈ, ਜੋ ਅਨਦਿਨ ਜਪੈ ਮੁਰਾਰ। ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ ਜਿਹੜੇ ਵਡਹੰਸ ਹੈਗੇ, ਜਿਹੜੇ ਅਨਦਿਨ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਨੂੰ ਯਾਦ ਕਰਦੇ ਆ, ਸੱਚ ਨੂੰ ਯਾਦ ਕਰਦੇ ਆ, ਸੱਚ ਦੇ ਵਿੱਚ ਰਹਿੰਦੇ ਆ। ਅਨਦਿਨ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰਿਆ, ਮੈਂ ਉਹਨਾਂ ਤੋਂ ਬਲਿਹਾਰਿਆ, ਐਸੇ ਇਕੱਠੀ ਕਰਨ ਵਾਲਿਆਂ ਤੋਂ ਬਲਿਹਾਰਿਆ। ਹਾਂਜੀ ਸੁਖਵਿੰਦਰ ਜੀ। ਹਾਂਜੀ ਦੇਖੋ, ਇੱਕ ਤਾਂ ਹੰਸ ਹੁੰਦਾ ਨਾ, ਇਹ ਉਹ ਤੋਂ ਵੀ ਵੱਡਾ ਹੰਸ ਕਹਿ ਰਹੇ ਨੇ, ਸਭ ਤੋਂ ਵੱਡਾ ਹੰਸ ਸੰਤ। ਹਾਂਜੀ ਵੱਡ ਹੰਸ, ਸੰਤ ਨਹੀਂ ਹੰਸ ਦੀ ਗੱਲ ਕਰ ਰਿਹਾ ਮੈਂ। ਨਹੀਂ, ਇਹ ਹੰਸ ਜਿਹੜੇ ਹੈਗੇ ਸੰਤ ਹੀ ਹੁੰਦੇ। ਹੰਸ, ਹਾਂਜੀ ਮੈਂ ਕਿਹਾ ਸੰਤ ਜਿਹੜੇ ਹੁੰਦੇ ਹੰਸ ਹੀ ਹੁੰਦੇ ਆ। ਹਾਂਜੀ ਬਿਲਕੁਲ 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 ਉਹੀ ਆ ਗਈ ਨਾ ਜੀ, ਵੱਡ ਹੰਸ। ਹਾਂ, ਜਿਨ੍ਹਾਂ ਨੇ ਯਾਤਰਾ ਕਰ ਲਈ ਉਹ ਸ਼ਬਦ ਦੇ ਵਿੱਚ ਰੱਤੇ ਗਏ। ਰਤਨਾ ਦੇਖੋ ਤੁਸੀਂ, ਰੰਗਣ ਤੋਂ ਅਗਲੀ ਸਟੇਜ ਜਿੱਥੇ ਬਿਲਕੁਲ ਕੋਈ ਰੱਤਾ ਮਾਤਰ ਵੀ ਭੇਦ ਨਹੀਂ ਹੈ ਨਾ ਜੀ। ਤੇ ਉਹਨਾਂ ਦੇ ਹਿਰਦੇ ਦੇ ਅੰਦਰ, ਉਹਦੇ ਅੰਦਰ
ਸੱਚ ਦਾ ਨਾਮ ਆ ਗਿਆ, ਵਸ ਗਿਆ, ਪ੍ਰਗਟ ਹੋ ਗਿਆ। ਤੇ ਕਰ ਕੀ ਰਹੇ ਨੇ? ਉਸੇ ਨੂੰ ਹੋਰ ਇਕੱਠਾ ਕਰੀ ਜਾ ਰਹੇ ਆ। ਉਹ ਐਸਾ ਤਾਂ ਨਾਮ ਪਦਾਰਥ ਇਕੱਠਾ ਕਰੀ ਜਾ ਰਹੇ ਆ ਜਿਹੜਾ ਨਾਲ ਨਿਭਣਾ ਉਹਨਾਂ ਦੇ। ਬਿਲਕੁਲ। ਤੇ ਉਹਨਾਂ ਦੇ ਵਿੱਚ ਹੀ ਉਹਦੇ ਨਾਲ ਹੀ ਪਿਆਰ ਹੈ ਬਸ ਉਹਨਾਂ ਦਾ। ਉਹ ਤੋਂ ਬਿਨਾਂ ਉਹਨੂੰ ਕੁਛ ਹੋਰ ਦਿਸਦਾ ਹੀ। ਨਾਮ ਧਨ ਇਕੱਠਾ ਕਰ ਸਦ ਸੱਚ ਸਰਾਰ ਹੈ ਕਹਿੰਦੇ। ਫਿਰ ਉਹਦੇ ਸੱਚ ਦੇ ਵਿੱਚ ਹੀ ਉਹ ਲੀਨ ਰਹਿੰਦੇ ਆ ਹਰ ਵੇਲੇ। ਉਹਦੇ ਚ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ। ਨਾਮ ਧਨ ਇਕੱਠਾ ਕਰ ਰਹੇ ਆ, ਨਾਮ ਪਦਾਰਥ ਉਹਨਾਂ ਨੇ ਵਿਆਜਣਾ ਹੈਗਾ। ਹਾਂਜੀ ਹਾਂਜੀ, ਨਾਮ ਪਦਾਰਥ ਵਿਆਜਣ ਵਾਸਤੇ ਨਾਮ ਧਨ ਇਕੱਠਾ ਹੋ ਰਿਹਾ। ਬਿਲਕੁਲ ਠੀਕ ਹੈ ਜੀ। ਹਾਂ ਬਿਲਕੁਲ ਠੀਕ ਹੈ। ਤੇ ਉਹ ਫਿਰ ਹੁੰਦਾ ਕੀ ਹੈ ਉਹਨਾਂ ਨਾਲ? ਕਹਿੰਦੇ ਜੀ ਉਹ ਨਿਰਮਲ ਹੁੰਦੇ ਸਦਾ, ਨਿਰਮਲ ਨਿਰਮੈਲ ਹੋ ਕੇ। ਫਿਰ ਮੈਲ ਨਾ ਲੱਗੀ, ਕਹਿੰਦੇ ਹੋਰ ਨਹੀਂ ਲੱਗਦੀ। ਇੱਕ ਤਾਂ ਪਹਿਲੀ ਮੈਲ ਲੈ ਗਈ, ਨਿਰਮਲ ਹੋ ਗਏ। ਫਿਰ ਉਹ ਮੈਲ ਨਾ ਲੱਗੀ, ਹੋਰ ਮੈਲ ਲੱਗਦੀ ਨਹੀਂ। ਬਿਲਕੁਲ। ਤੇ ਨਜ਼ਰ ਕੀਤੀ ਕਰਦਾ ਹੈ, ਉਹਦੀ ਨਜ਼ਰ ਹੈ। ਤੇ ਆਈ ਕਦੋਂ ਹੈ? ਜਦੋਂ ਉਹ ਕਹਿੰਦੇ ਵੀ ਮੈਂ ਤਾਂ ਉਹਨਾਂ ਤੋਂ ਬਲਹਾਰ ਹਾਂ ਜਿਹੜੇ ਗੁਰੂ ਸਾਹਿਬ ਕਹਿੰਦੇ ਜਿਹੜੇ ਦਿਨ ਰਾਤ ਜਿਹੜਾ ਹੈਗਾ ਉਹ ਮੁਰਾਰੀ ਪ੍ਰਮਾਤਮਾ ਦੇ ਨਾਂ ਦਾ ਨਾਮ ਜਪ ਰਹੇ ਨੇ। ਤਾਂ ਨਾਮ ਧਨ ਇਕੱਠਾ ਕਰ ਰਹੇ ਆ। ਔਰ ਜਿਹੜੇ ਹੈਗੇ ਕੱਚ ਸੱਚ ਦੇ ਨਾਲ ਲੱਗੇ ਹੋਏ ਆ। ਤੇ ਕੱਚ ਦੀ ਮੈਲ ਤਾਂ ਉਹਨਾਂ ਨੂੰ ਲੱਗ ਹੀ ਨਹੀਂ ਸਕਦੀ। ਉਹ ਬਿਲਕੁਲ। ਉਹ ਪਹਿਲਾਂ ਉਹ ਕਹਿੰਦੇ ਸਦਾ ਨਿਰਮਲ ਰਹਿਣਗੇ। ਉਹ ਮੈਲ ਤਾਂ ਫਿਰ ਲੱਗਣੀ ਨਹੀਂ। ਹਾਂਜੀ ਹਾਂਜੀ ਹਾਂਜੀ। ਤੇ ਉਹ ਸਾਰੀ ਇਹ ਦੱਸਦੇ ਆ ਕਿ ਵੀ ਉਹ ਇੰਨਾ ਵੱਡਾ ਦੇਖੋ ਉਹ ਗਿਆਨ ਆ ਰਿਹਾ। ਤੇ ਉਹ ਜਿਹੜੇ ਆਪ ਨਿਕਲ ਗਏ ਤੇ ਉਹ ਸਾਡੇ ਵਾਸਤੇ ਦੇਖੋ ਕਿੰਨਾ ਵੱਡਾ ਖਜ਼ਾਨਾ ਛੱਡ ਕੇ ਗਏ। ਤੇ ਅੱਗੇ ਫਿਰ ਸ਼ਲੋਕ ਆਇਆ ਤੀਸਰੀ ਪਾਤਸ਼ਾਹੀ ਦਾ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਮੈਂ ਸੋਚਿਆ ਸੀ ਮਹਾਰਾਜ ਕਹਿੰਦੇ ਆ, ਕਹਿੰਦੇ ਦੇਖੋ ਹੁਣ ਕਿੰਨਾ ਜ਼ਬਰਦਸਤ ਜਿਹੜਾ ਗਿਆਨ ਆ ਰਿਹਾ, ਕਿੰਨੀ ਜ਼ਬਰਦਸਤ ਸੇਧ ਆ ਰਹੀ। ਆਪਾਂ ਤਾਂ ਜਿਹੜੇ ਆਪਣੇ ਕਲਟ ਨੂੰ ਛੱਡਦੇ ਹੀ ਨਹੀਂ ਹੈ, ਜਿਹੜੇ ਕਲਟ ਦੇ ਨਾਲ ਲੱਗੇ ਹੋਏ ਆ ਬਸ ਉਹੀ ਉਹ 'ਚ ਕੋਈ ਆਊਟਪੁੱਟ ਨਹੀਂ ਆ। 20 25 40 ਸਾਲ ਹੋ ਗਏ ਸੇਮ ਰੂਟੀਨ, ਸੇਮ ਸਾਰਾ ਕੁਛ ਕਰਮ ਕਾਂਡ ਕਰੀ ਜਾ ਰਹੇ। ਮਨ ਬਾਰੇ ਕੋਈ ਖਿਆਲ ਹੀ ਨਹੀਂ, ਕੋਈ ਪਤਾ ਹੀ ਨਹੀਂ ਹੈ ਵੀ ਮੇਰੇ ਅੰਦਰ ਮਨ ਵੀ ਹੈਗਾ ਕੋਈ। ਇਹ ਮਨ ਜਿਹੜਾ ਹੈਗਾ ਇਹਦੇ ਨਾਲ ਭਗਤੀ ਤਾਂ ਇਹਦੇ ਨਾਲ ਕਰਨੀ ਸੀਗੀ। ਮੈਂ ਤਾਂ ਤਨ ਦੇ ਨਾਲ ਹੀ ਕਰੀ ਜਾ ਰਿਹਾ, ਧਨ ਨੂੰ ਹੀ ਧੋਈ ਜਾ ਰਿਹਾ ਬਸ। ਮਹਾਰਾਜ ਕਹਿੰਦੇ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਕਹਿੰਦੇ ਮੈਂ ਸਮਝਿਆ ਕਿ ਕੋਈ ਮਹਾਂਪੁਰਖ ਹੈਗੇ, ਕੋਈ ਸੰਤ ਹੈਗੇ ਆ, ਇਹਨਾਂ ਦੇ ਕੋਲ ਗੁਣ ਹੈਗੇ, ਵਿਵੇਕ ਬੁੱਧੀ ਹੈ। ਮੈਂ ਸਮਝਿਆ ਵਿਵੇਕ ਬੁੱਧੀ ਵਾਲਾ ਇਨਸਾਨ ਹੈਗਾ ਤਾਂ ਮੈਂ ਇਹਦਾ ਸਾਥ ਕੀਤਾ, ਤਾਂ ਮੈਂ ਇਹਦੇ ਕੋਲ ਇਹਦੀ ਸੰਗਤ ਕੀਤੀ। ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਜਨਾਬ, ਜੇ ਜਾਣਾ ਬਗ ਵਪੜਾ ਤਾਂ ਜਨਮ ਨਾ ਦੇਂਦੀ ਅੰਗ। ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਡੱਡੂ ਬਈ ਮੱਛੀਆਂ ਖਾਣ ਵਾਲਾ ਬੱਗ ਹੈਗਾ ਵਿਚਾਰਾ, ਤੇ ਮੈਂ ਤਾਂ ਬਿਲਕੁਲ ਜਿਹੜਾ ਹੈਗਾ ਮੈਂ ਇਹਦਾ ਸਾਥ ਜਿਹੜਾ ਹੈਗਾ ਇਹਦੇ ਨਾਲ ਟੱਚ ਹੀ ਨਹੀਂ ਕਰਦਾ, ਇਹਦੀ ਸੰਗਤ ਹੀ ਨਹੀਂ ਕਰਦਾ ਸ਼ੁਰੂ ਤੋਂ ਹੀ, ਬਿਲਕੁਲ ਹੀ ਇਹਦੇ ਨਾਲ ਸੰਗ ਨਹੀਂ ਕਰਦਾ ਮੈਂ। ਹਾਂਜੀ ਸੁਖਵਿੰਦਰ ਜੀ। ਆਹੋ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਜੀ ਮੈਂ ਤਾਂ ਕੀ ਸੋਚਿਆ ਸੀ ਵੀ ਭਰਮ ਕੱਟੂਗਾ ਮੇਰਾ, ਇਹ ਦੁਬਿਧਾ ਮੇਰੀ ਦੂਰ ਕਰੂਗਾ। ਤੇ ਮੈਂ ਤਾਂ ਇਹ ਕੱਚ ਦੇ ਨਾਲ ਹੀ ਲੱਗ ਗਿਆ ਜਾ ਕੇ। ਬਿਲਕੁਲ ਭੁਲੇਖੇ ਚ ਕਿਉਂ ਦੇਖਾ ਦੇਖੀ ਭੀੜ ਸੀ ਨਾ ਜੀ ਉੱਥੇ। ਉਹ ਭੀੜ ਦੇ ਪਿੱਛੇ ਲੱਗ ਕੇ ਉਹ ਜੀ ਬੜੇ ਦਾਤਾਂ ਵਾਲੇ ਹੈ ਜੀ, ਇਹ ਬੜੇ ਬਾਬੇ ਹੈ ਜੀ, ਬੜੇ ਸੰਤ ਨੇ ਜੀ, ਇਹ ਮਹਾਂਪੁਰਸ਼ ਨੇ ਜੀ, ਇਹਨਾਂ ਦੇ ਕੋਲ ਬੜਾ ਜੀ ਇਹ ਬੜਾ ਲੋਕਾਂ ਨੂੰ ਗਿਆਨ ਦਿੰਦੇ ਆ ਜੀ, ਤੁਸੀਂ ਦੇਖੋ ਜਾ ਕੇ ਇੱਕ ਵਾਰ ਜਾ ਕੇ ਦੇਖੋ। ਉਹ ਜਾ ਵੜੇ ਉੱਥੇ। ਕਹਿੰਦੇ ਤੇ ਮੈਂ ਤਾਂ ਸੋਚਿਆ ਸੀ ਵੀ ਇਹ ਕੋਈ ਹੰਸ ਹੈ। ਕਹਿੰਦੇ ਵੀ ਜਦੋਂ ਕਹਿੰਦੇ ਮੈਂ ਜਾ ਕੇ ਤਾਂ ਮੈਂ ਉਹਦਾ ਸੰਗ ਕਰ ਲਿਆ ਦੇਖਾ ਦੇਖੀ, ਪਰ ਮੈਨੂੰ ਥੋੜੀ ਪਤਾ ਸੀ ਵੀ ਇਹ ਤਾਂ ਬਗਲਾ ਹੈ ਹੈਨਾ। ਇਹ ਤਾਂ ਆਪ ਹੀ ਡੁੱਬਿਆ ਹੋਇਆ ਤੇ ਮੈਨੂੰ ਕੀ ਤਾਰੂਗਾ ਇਹ। ਤੇ ਕਹਿੰਦੇ ਮੈਂ ਤਾਂ ਮੁੱਢ ਤੋਂ ਹੀ ਨਹੀਂ ਸੀ ਉੱਥੇ ਜਾਣਾ, ਗਲਤੀ ਹੋ ਗਈ ਬਹੁਤ ਵੱਡੀ, ਐਡਾ ਵੱਡੀ ਮਿਸਟੇਕ ਹੋ ਗਈ ਕਹਿੰਦੇ ਮੇਰੇ ਤੋਂ। ਦੇਖ ਲਓ ਉਸੇ ਟਾਈਮ ਹਟ ਗਏ, ਉਸੇ ਟਾਈਮ ਕਹਿੰਦੇ ਮੇਰਾ ਜਿਹੜਾ ਟਾਈਮ ਵੇਸਟ ਹੋ ਗਿਆ, ਆਈ ਐਮ ਸੌਰੀ ਫॉर दैट। ਕਮਾਲ ਹੈ ਜੀ, ਕਮਾਲ ਹੈ। ਤੇ ਦੇਖੋ ਆਇਆ ਤਾਂ ਨਹੀਂ ਦੱਸ ਰਹੇ ਨੇ ਉਹ, ਉਹਨਾਂ ਨੂੰ ਆਪ ਨੂੰ ਜਦੋਂ ਆਇਆ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ, ਮੈਂ ਤਾਂ ਉਲਟ ਪਾਸੇ ਚੱਲ ਪਿਆ ਸੀ। ਜਦੋਂ ਵੀ ਪਤਾ ਲੱਗੇ ਛੱਡ ਦੋ ਭਾਈ, ਛੱਡ ਦੋ। ਬਿਲਕੁਲ ਇਹੀ ਸਿਆਣਪ ਹੈ, ਅਸੀਂ ਵੇਸਟ ਨਾ ਕਰੀਏ ਆਪਣਾ ਜਿਹੜੇ ਸਵਾਸ ਹੈ। ਜਿੰਨੀ ਉਹ ਕਹਿੰਦੇ ਆ ਨਾ, ਜਿੰਨੀ ਨਾਤੀ ਓਨਾ ਪੁੰਨ ਛੱਡ ਵੇ ਨਾਈਆ ਹੋਰ ਨਾ ਮੁੱਲ। ਹਾਂਜੀ ਜੀਤਪਾਲ ਜੀ ਕੀ ਕਹਿ ਰਹੇ ਹੋ? ਜੀਤਪਾਲ ਜੀ ਕੁਝ ਬੋਲ ਰਹੇ ਸੀ ਵਿੱਚ, ਪਤਾ ਨਹੀਂ। ਚਲੋ
ਆਪਸ 'ਚ ਗੱਲ ਕਰ ਰਹੇ ਹੋਣੇ। ਮਹਲਾ ਤੀਜਾ। ਕੋਈ ਗੱਲ ਨਹੀਂ। ਹਾਂਜੀ। ਹੰਸਾਂ ਵੇਖ ਤਰੰਦਿਆਂ ਬੱਗਾਂ ਵੀ ਵੇ ਆਇਆ ਚਾਓ। ਹੁਣ ਦੇਖ ਲਓ ਭਾਈ, ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਜਿਹੜੇ ਸੰਤ ਹੁੰਦੇ ਆ, ਜਿਹੜੇ ਵਿਵੇਕ। ਜੀਤਪਾਲ ਜੀ ਪੁੱਛਦਾ ਸੀ, ਇੱਕ ਆਪਣਾ ਮੋਹਨਪੁਰੇ ਤੇ ਹੈਗਾ ਉਹ ਅਮਰਜੀਤ ਸਿੰਘ ਦੇ ਨਾਲ ਸੀਗਾ ਕਰਦੇ ਤਤਪਾਲ ਸਿੰਘ। ਹਾਂਜੀ, ਜ਼ੋਰ ਦੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜਨਾਬ। ਸੀਗਾ ਪਹਿਲਾਂ ਜਿਹੜਾ ਹਾਕਮ ਸਿੰਘ, ਜਿਹੜਾ ਉਹ ਨਹੀਂ, ਉਹ ਤਾਂ ਕਿਸੇ ਇਹਨਾਂ ਦੇ ਤੁਸੀਂ ਮਿਊਟ ਕਰ ਦਿਓ ਜੀ। ਉਹ ਨਹੀਂ, ਉਹ ਵੈਸੇ ਆਪਸ ਦੀ ਗੱਲ ਕਰ ਰਹੇ। ਕੀ ਕਰ ਰਹੇ ਹੋ ਤੁਸੀਂ ਜਨਾਬ? ਜੀਤਪਾਲ ਜੀ ਕੀ ਕਰੀ ਜਾ ਰਹੇ ਹੋ ਤੁਸੀਂ? ਸੰਗਤ ਨੂੰ ਡਿਸਟਰਬ ਕਰ ਰਹੇ ਹੋ। ਤਤਪਾਲ ਸਿੰਘ ਨਾਮ ਉਹਦਾ, ਅੱਛਾ ਨਾਮ ਹੋਵੇਗਾ। ਆਪਾਂ ਨਾ ਇਹਨਾਂ ਨੂੰ ਜਿਹੜਾ ਨਾ ਡਿਲੀਟ ਕਰਨਾ ਚਾਹੀਦਾ ਬਸ। ਹਾਂਜੀ ਨਿੱਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹਨੂੰ ਡਿਲੀਟ ਕਰੀ ਜਾਂਦੇ ਜੋ? ਨਹੀਂ, ਮਤਲਬ ਜਿਹੜਾ ਨਾ ਵਿੱਚ ਗੱਲ ਕਰੀ ਜਾ ਰਹੇ ਆਪਸ ਦੇ ਵਿੱਚ, ਕੋਈ ਹੋਰ ਦੀ ਹੋਰ ਗੱਲ ਕਰ ਰਹੇ ਤੇ ਸੰਗਤ ਉਹ ਨਿੱਜਰ ਸਾਹਿਬ ਨਹੀਂ ਪਤਾ ਲੱਗਦਾ। ਚਲੋ ਕੋਈ ਗੱਲ ਨਹੀਂ, ਤੁਸੀਂ ਆਪ ਆਪਾਂ ਜਿਨ੍ਹਾਂ ਦੀ। ਹਾਂਜੀ। ਮਹਲਾ ਤੀਜਾ। ਹੰਸਾਂ ਵੇਖ ਤਰੰਦਿਆਂ ਬੱਗਾਂ ਵੇ ਆਇਆ ਚਾਓ। ਕਹਿੰਦੇ ਹੰਸ ਜਿਹੜੇ ਹੈਗੇ ਉਹਨਾਂ ਨੂੰ ਤਰਦਿਆਂ ਨੂੰ ਦੇਖ ਕੇ, ਬ੍ਰਹਮ ਗਿਆਨੀਆਂ ਨੂੰ ਦੇਖ ਕੇ, ਜਿਹੜੇ ਸੰਤ ਹੁੰਦੇ ਆ, ਮਹਾਂਪੁਰਖ ਹੁੰਦੇ ਆ, ਵਿਵੇਕ ਬੁੱਧੀ ਵਾਲੇ ਹੁੰਦੇ ਆ, ਉਹਨਾਂ ਨੂੰ ਦੇਖ ਕੇ ਜਿਹੜੇ ਹੈਗੇ ਆ, ਦੂਜੇ ਜਿਹੜੇ ਨਾਰਮਲ ਹੈਗੇ ਬਗਲੇ ਬੁੱਧੀ ਵਾਲੇ ਜਿਹੜੇ ਹੈਗੇ, ਕਹਿੰਦੇ ਉਹਨਾਂ ਨੂੰ ਵੀ ਚਾਅ ਆ ਗਿਆ ਭਾਈ। ਉਹਨਾਂ ਨੂੰ ਵੀ ਚਾਅ ਆ ਗਿਆ ਵੀ ਅਸੀਂ ਵੀ ਜਿਹੜੇ ਹੈਗੇ ਇਹਨਾਂ ਦੇ ਵਾਂਗੂ ਜਿਹੜੇ ਹੈਗੇ ਆ, ਸਾਡੀ ਵੀ ਜਿਹੜੀ ਹੈਗੀ ਆ ਅਵਸਥਾ ਬਣੇ, ਸਾਨੂੰ ਵੀ ਜਿਹੜੇ ਹੈਗੇ ਲੋਕੀ ਜਿਹੜੇ ਹੈਗੇ ਸਾਨੂੰ ਵੀ ਜਿਹੜਾ ਹੈਗਾ ਸਾਡਾ ਵੀ ਆਦਰ ਮਾਣ ਕਰਨ। ਪਰ ਕਹਿੰਦੇ ਡੁੱਬ ਮੂਏ ਬੱਗ ਬੱਪੜੇ ਸਿਰ ਤਲੇ ਉੱਪਰ ਪਾਉ। ਕਹਿੰਦੇ ਪਰ ਡੁੱਬ ਗਏ ਬੱਗ ਬੱਪੜੇ ਜਿਹੜੇ ਸੀਗੇ, ਉਹ ਸੰਸਾਰ ਸਮੁੰਦਰ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਡੁੱਬ ਕੇ ਰਹਿ ਗਏ ਭਾਈ। ਉਹ ਜਿਹੜਾ ਹੈਗਾ ਹੰਸਾਂ ਵਰਗੀ ਹੰਸ ਨਹੀਂ ਬਣ ਸਕੇ, ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦੇ ਗੁਣ ਨਹੀਂ ਲਏ। ਉਹਨਾਂ ਦੇ ਗੁਣ ਨਹੀਂ ਲਏ, ਉਹਨਾਂ ਦੀ ਰੀਸ ਕਰ ਰਹੇ ਸੀਗੇ, ਉਹਨਾਂ ਦੇ ਗੁਣ ਨਹੀਂ ਲਏ। ਗੁਣ ਲੈਣੇ ਸੀਗੇ ਤਾਂ ਉਹਨਾਂ ਦੇ ਵਿੱਚ ਪਰਿਵਰਤਨ ਆਉਣਾ ਸੀ। ਹਾਂਜੀ ਗੁਰਕੀ ਜੀ। ਨਿੱਜਰ ਸਾਹਿਬ ਅੰਗ ਨੰਬਰ ਮੈਨੂੰ ਦੱਸ ਦਿਓ, ਮੈਨੂੰ ਤੇ ਲੱਗਦਾ ਅੰਗ ਨੰਬਰ 585। ਠੀਕ ਹੈ ਸਰ। ਨਵੀਂ ਵਾਰ ਸ਼ੁਰੂ ਕੀਤੀ ਹੈ ਅੱਜ ਆਪਾਂ। ਅੱਛਾ 585, ਠੀਕ ਹੈ ਜੀ। ਮੇਰੇ ਹਾਂ ਠੀਕ ਹੈ 585। ਹਾਂ, ਇਹਦੇ ਵਿੱਚ ਜਿਹੜਾ ਹੈਗਾ ਸ਼ਲੋਕ ਲੈ ਰਹੇ ਹਾਂ ਅਸੀਂ ਤੀਸਰਾ। ਠੀਕ ਹੈ ਜੀ। ਹੰਸਾਂ ਵੇਖ ਹਾਂਜੀ। ਮੇਰੀ ਆਵਾਜ਼ ਕਲੀਅਰ ਹੈ ਅੱਜ? ਹਾਂ ਬਿਲਕੁਲ ਕਲੀਅਰ ਹੈ ਜੀ, ਨਾਰਮਲ ਹੈ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉਹ ਕਹਿ ਰਹੇ ਨੇ ਕਿ ਹੰਸਾਂ ਨੂੰ ਵੇਖ ਕੇ ਨਾ ਜਿਹੜਾ ਬਗਲੇ ਵੀ ਸੋਚਦੇ ਆ ਕਿ ਮੇਰੇ ਅੰਦਰ ਇੱਛਾ ਪੈਦਾ ਹੋਈ। ਹੁਣ ਤੁਸੀਂ ਵੇਖਿਆ ਨਾ ਕਈਆਂ ਪਿੰਡਾਂ ਦੇ ਵਿੱਚ ਜਦੋਂ ਇੱਕ ਬੰਦਾ ਮੁਲਾਜ਼ਮ ਨੌਕਰੀ ਤੇ ਲੱਗ ਜਾਂਦਾ ਹੈ ਤੇ ਫਿਰ ਦੂਜਿਆਂ ਦੇ ਮਨ 'ਚ ਵੀ ਇੱਛਾ ਪ੍ਰਗਟ ਹੁੰਦੀ। ਉਹ ਕਹਿੰਦੇ ਜੀ ਇਹ ਸਵਰਨੇ ਦਾ ਮੁੰਡਾ ਜਾ ਸਕਦਾ ਹੈ, ਮੇਰੇ ਜਿੰਨੀ ਉਹਨੇ ਪੜ੍ਹਾਈ ਕੀਤੀ ਹੈ, ਮੇਰੇ ਜਿੰਨਾ ਕੱਦ ਕਾਠ ਆ, ਮੈਂ ਵੀ ਟਰਾਈ ਕਰਾਂਗਾ। ਔਰ ਇਸ ਦੇ ਨਾਲ ਕੀ ਹੋਇਆ ਕਿ ਮੈਂ ਆਪ ਦੇਖਦਾ ਹੈ ਪਿੰਡਾਂ ਦੇ ਵਿੱਚੋਂ ਕਈ ਘਰ ਫੌਜੀ, ਕਈ ਘਰ ਇੰਗਲੈਂਡ ਚਲੇ ਗਏ, ਕਈ ਘਰ ਕੈਨੇਡਾ ਅਮਰੀਕਾ ਚਲੇ ਗਏ। ਕਿਉਂ ਚਲ ਗਏ? ਇੱਕ ਬੰਦਾ ਗਿਆ ਪਹਿਲਾਂ, ਉਹਨੇ ਕਿਹਾ ਇਹ ਨਦੀ ਮੈਂ ਪਾਰ ਕਰ ਲਈ ਆ। ਹੁਣ ਦੂਜੇ ਪਿੰਡ ਦਾ ਗਿਆ ਹੋਵੇ ਨਾ ਤੇ ਥੋੜਾ ਜਿਹਾ ਔਖਾ ਹੈ ਕੰਮ, ਕਿਉਂਕਿ ਪਤਾ ਨਹੀਂ ਉਹ ਕਿੱਦਾਂ ਗਿਆ। ਪਰ ਜਿਹੜਾ ਪਿੰਡ ਦਾ ਚਲ ਗਿਆ, ਉਹ ਨਿੱਜਰ ਸਾਹਿਬ ਉਹਦੇ ਨਾਲ ਕੀ ਹੁੰਦਾ ਹੈ, ਕੌਨਫੀਡੈਂਸ ਬੜਾ ਹਾਈ ਹੋ ਜਾਂਦਾ ਸਾਡਾ। ਤੇ ਉਹ ਕਹਿੰਦੇ ਨੇ ਕਿ ਹੰਸਾਂ ਨੂੰ ਵੇਖਿਆ ਮੈਂ ਤੈਰਦੇ ਪਏ ਨੇ। ਉਹ ਤੈਰਦੇ ਭਾਵ ਹੈ ਕਿ ਉਹ ਭਵ ਸਾਗਰ ਤੋਂ ਲੰਘ ਰਹੇ ਨੇ, ਔਗਣਾ ਦਾ ਤਿਆਗ ਕਰ ਦਿੱਤਾ, ਬੜਾ ਜ਼ਬਰਦਸਤ ਜੀਵਨ ਬਤੀਤ ਹੋ ਰਿਹਾ ਹੈ। ਤੇ ਫਿਰ ਜਿਹੜੇ ਬੰਗਲੇ ਦੇਖਦੇ ਨੇ ਉਹ ਕਹਿੰਦੇ ਯਾਰ ਸਾਰੀ ਜ਼ਿੰਦਗੀ ਅਸੀਂ ਵੀ ਝੱਕਾ ਹੀ ਮਾਰਦਿਆਂ ਲੰਘਾਤੀ ਆ, ਪ੍ਰਾਪਤ ਤੇ ਕੁਛ ਹੋਇਆ ਨਹੀਂ। ਕਿਉਂ ਨਾ ਇਹ ਹੰਸਾਂ ਵਾਂਗੂ ਅਸੀਂ ਵੀ ਪਰਿਵਰਤਨ ਕਰੀਏ, ਬਦਲਾਓ ਲਿਆਈਏ। ਇਹ ਫੈਸਲਾ ਬਿਲਕੁਲ ਨਿੱਜੀ ਸਾਡਾ ਹੈ। ਹੁਣ ਤੁਸੀਂ ਦੇਖ ਲਓ ਤੁਹਾਡੀ ਜ਼ਿੰਦਗੀ, ਹੁਣ ਮੈਨੂੰ ਪਤਾ ਨਹੀਂ ਕਿੰਨੇ ਸਾਲ ਆ,
ਹੁਣ ਅੱਜ ਉਹ ਇੱਕ ਵੀਰ ਨੇ ਮੈਸੇਜ ਕੀਤਾ ਸੀ ਵਿੱਚ, ਨਿੱਜਰ ਸਾਹਿਬ ਮੈਂ ਸਮਝ ਨਹੀਂ ਪਾਇਆ, ਉਹਨਾਂ ਨੇ ਵਿੱਚ ਕਿਹਾ ਸੀ ਨਾ ਕਿ ਕੋਈ ਏਦਾਂ ਦਾ, ਮੈਂ ਪਤਾ ਨਹੀਂ ਤੁਹਾਡੇ ਗਰੁੱਪ 'ਚ ਪਾਇਆ ਜਾਂ ਆਤਮ ਗਿਆਨ ਗਰੁੱਪ 'ਚ ਪਾਇਆ ਸੀ ਕਿ ਉਹ ਇੱਥੇ ਕੋਈ ਹੈਗਾ ਮਾਫ ਕਰਨਾ ਬਹੁਤ ਇਸ ਗਰੁੱਪ ਵਿੱਚ ਵਧਣੀ ਉਮਰ ਦੇ ਹੋਣਗੇ। ਇਹ ਮੈਸੇਜ ਪੜ੍ਹਿਆ ਤੁਸੀਂ? ਨਹੀਂ, ਮੈਂ 306 ਤੇ ਆਇਆ ਨੇ। ਪੜ੍ਹੋ ਇੱਕ ਮਿੰਟ, ਪੜ੍ਹੋ ਜਰਾ ਥੋੜਾ, ਉਹਨਾਂ ਦਾ ਸਵਾਲ ਵੀ ਦਾ ਜਵਾਬ ਦੇਈਏ ਆਪਾਂ। ਗੁਰਬਾਣੀ ਗਰੁੱਪ 'ਚ ਪਾਇਆ ਜੋ 306 ਤੋਂ ਆਇਆ ਜੋ JK ਟ੍ਰੇਡਰ, ਗੁਰਬਾਣੀ ਵਿਚਾਰ ਦੇ ਵਿੱਚ ਆਇਆ। ਹਾਂ ਉਹ ਦੇਖੋ ਨਾ, ਹੱਥ ਤੇ ਥੱਲੇ ਲਾਸਟ ਤੇ ਮਾਫ ਕਰਨਾ ਪਰ ਮੈਂ ਸੋਚ ਸੱਚ ਕਿਹਾ। ਪੜ੍ਹੋ ਪਹਿਲਾਂ ਇਹਨੂੰ ਧਿਆਨ ਨਾਲ। ਨਹੀਂ, ਮੈਨੂੰ ਤਾਂ ਨਹੀਂ ਮਿਲ ਰਿਹਾ ਜੀ। ਨਿੱਜਰ ਸਾਹਿਬ ਮੈਂ ਆ ਵੇਖੋ ਹਾਈਲਾਈਟ ਕਰਤਾ ਜੀ, ਹੁਣ ਇਹਨੂੰ ਚੈੱਕ ਕਰੋ। ਇਹ ਮੈਸੇਜ ਗੁਰਬਾਣੀ ਵਿਚਾਰ ਦੇ ਵਿੱਚ ਆ। ਹਾਂਜੀ ਆ ਗਿਆ ਜੀ, ਇਹਨੂੰ ਚੈੱਕ ਕਰੋ, ਇਹਨੂੰ ਕਲਿੱਕ ਕਰੋ ਕਿ ਤੁਹਾਨੂੰ ਮੈਸੇਜ ਆਪਣੇ ਆਪ ਹੀ ਲੈ ਜਾਣਾ ਇਹਨਾਂ ਨੇ। ਨਹੀਂ, ਮੈਨੂੰ ਨਹੀਂ ਆ ਰਿਹਾ ਨਾ। ਨਿੱਜਰ ਸਾਹਿਬ ਮੈਂ ਮੈਸੇਜ ਕੀਤਾ ਵਾ, ਉਹਨੂੰ ਹਾਈਲਾਈਟ ਕਰਤਾ ਵਾ। ਗੁਰਬਾਣੀ ਵਿਚਾਰ 'ਚ ਕੀਤਾ ਤੁਸੀਂ? ਹਾਂ, ਗੁਰਬਾਣੀ ਵਿਚਾਰ 'ਚ ਵੇਖੋ ਨਾ ਥੱਲੇ, ਹੁਣੇ ਮੈਂ ਮੈਸੇਜ ਨੂੰ ਫਰੈਸ਼ ਕੀਤਾ, ਥੱਲੇ ਨਵਾਂ ਮੈਂ ਉਹਨੂੰ ਰਿਪਲਾਈ ਕੀਤਾ, ਇਹ ਮੈਸੇਜ। ਹਾਂਜੀ, ਮਿਲ ਗਿਆ। ਮਾਫ ਕਰਨਾ ਜੀ ਬਹੁਤ ਇਸ ਗਰੁੱਪ ਵਿੱਚ ਵਧੇਰੀ ਉਮਰ ਦੇ ਹਨ। ਉਹਨਾਂ ਨੂੰ ਇਹਨਾਂ ਅੱਗੇ ਕੀ ਹੈ ਜੀ? ਤਰੀਕਿਆਂ ਨਾਲ। ਹਾਂ, ਕਿਉਂਕਿ ਉਹ ਥੋੜਾ ਜਿਹਾ ਹੀ ਆਇਆ ਤੁਹਾਡਾ। ਇੱਕ ਸੈਕਿੰਡ। ਨਹੀਂ, ਇਹਨਾਂ ਨੇ ਉਹਨੂੰ ਕਲਿੱਕ ਕਰੋਗੇ ਨਾ ਫਿਰ ਪੂਰਾ ਆ ਜਾਊਗਾ ਨਾ, ਉਹਨੂੰ ਕਲਿੱਕ ਕਰੋਗੇ ਤੁਹਾਨੂੰ ਵੱਡੇ ਮੈਸੇਜ ਤੇ ਪਹੁੰਚ ਜਾਓਗੇ ਤੁਸੀਂ। ਇੱਕ ਸੈਕਿੰਡ ਗੋਗੀ ਸਾਹਿਬ, ਮੇਜਰ ਸਾਹਿਬ ਨੂੰ ਪਰਸਨਲ ਚ ਫਾਰਵਰਡ ਕਰ ਦਿਓ ਜੀ। ਨਹੀਂ, ਕੋਈ ਗੱਲ ਨਹੀਂ। ਨਹੀਂ, ਬੜਾ ਕੋਈ ਫਰਕ ਨਹੀਂ ਪੈਂਦਾ, ਉਹ 1 ਮਿੰਟ ਦੇ ਨਾਲ ਉਹ ਬੜਾ ਜ਼ਰੂਰੀ ਸੀ। ਹੁਣ ਪੜੋ, ਮੈਂ ਗਰੁੱਪ 'ਚ ਕਾਪੀ ਪੇਸਟ ਕਰਤਾ। ਓਕੇ। ਹਾਂਜੀ। ਮਾਫ ਕਰਨਾ ਜੀ ਬਹੁਤ ਇਸ ਗਰੁੱਪ ਵਿੱਚ ਵਧੇਰੀ ਉਮਰ ਦੇ ਹਨ। ਉਹਨਾਂ ਨੂੰ ਇਹਨਾਂ ਤਰੀਕਿਆਂ ਨਾਲ ਰੱਬ ਨੂੰ ਲਵਾਇਆ। ਸਾਰੀ ਉਮਰ ਹੋ ਗਈ, ਲੱਭਦਿਆਂ ਸਾਰੀ ਉਮਰ ਹੋ ਗਈ। ਕੋਈ ਐਸਾ ਹੈ ਇੱਕ ਵੀ ਜਿਸ ਨੂੰ ਪਰਮਾਤਮਾ ਦੇ ਦਰਸ਼ਨ ਹੋਏ ਹਨ? ਨਹੀਂ ਹੋਏ ਤਾਂ ਸਿਰਫ ਆਪਣੀ ਸ਼ਰਧਾ ਨਹੀਂ, ਆਪਣਾ ਤਰੀਕਾ ਬਦਲੋ। ਜੋ ਸਾਰੀ ਉਮਰ ਅੰਦਰੋਂ ਬਾਹਰੋਂ ਗਿਆਨ ਇਕੱਠਾ ਕੀਤਾ ਹੈ, ਉਸ ਨੂੰ ਤਿਆਗੋ। ਜੋ ਸੁਣਿਆ ਹੈ ਉਸ ਨੂੰ ਭੁੱਲ ਜਾਓ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੁੱਛੋ, ਨਾ ਕਿ ਕਿਸੇ ਕੋਲੋਂ ਗੁਰੂ ਗ੍ਰੰਥ ਨੂੰ ਪੜ੍ਹ ਕੇ ਸਮਝਣ ਲਈ ਕਹੋ। ਹਾਂਜੀ ਵੀਰ ਜੀ। ਅਗਲੇ ਬੰਨੇ ਫਿਰ ਅੱਗੇ ਪੜੋ, ਹੱਥਾਂ ਦੇ ਥੱਲੇ। ਸਾਰੀ ਬਾਣੀ ਵਿੱਚ ਗੁਰੂ ਨਾਨਕ ਨੇ ਆਪਣੇ ਆਪ ਨੂੰ ਦਾਸ ਦੱਸਿਆ, ਦਾਸ ਕਿਹਾ। ਦਾਸਾਂ ਦਾ ਦਾਸ ਕਿਹਾ। ਇਹੋ ਸਮਝ ਵਾਲੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ। ਮਾਫ ਕਰਨਾ ਪਰ ਮੈਂ ਸੱਚ ਕਿਹਾ। ਮੈਂ ਇਹਨਾਂ ਦੀ ਗੱਲ ਨੂੰ ਸਮਝ ਨਹੀਂ ਪਾਇਆ, ਇਹਨਾਂ ਨੇ ਕੀ ਮੈਸੇਜ ਕੀਤਾ ਹੈ। ਇਹ ਇੱਕ ਤੇ ਇਹਨਾਂ ਨੇ ਇਹ ਸਵਾਲ ਕੀਤਾ ਹੈ ਕਿ ਕਿਸੇ ਨੂੰ ਪ੍ਰਮਾਤਮਾ ਕੋਈ ਐਸਾ ਹੈ ਇੱਕ ਵੀ ਜਿਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ। ਦੇਖੋ, ਇਹਦੇ ਵਿੱਚ ਕਿਸੇ ਨੂੰ ਹੋਏ ਨਹੀਂ ਹੋਏ ਇਹ ਕੋਈ ਬਹੁਤਾ ਇੰਪੋਰਟੈਂਟ ਸਵਾਲ ਨਹੀਂ ਆ। ਤੁਸੀਂ ਦੱਸੋ ਕਿ ਤੁਸੀਂ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਜੋ, ਤੁਸੀਂ ਉਹ ਕ੍ਰਾਈਟੇਰੀਆ ਨੂੰ ਪੂਰਾ ਕਰਨਾ ਚਾਹੁੰਦੇ ਜੋ, ਤੇ ਪਲੀਜ਼ ਸਾਡੇ ਨਾਲ ਕੰਟੈਕਟ ਕਰੋ ਜੇ ਕੋਈ ਪ੍ਰੋਬਲਮ ਹੈਗੀ ਆ। ਦੇਖੋ, ਪਰਮਾਤਮਾ ਦੇ ਦਰਸ਼ਨ ਦੀ ਗੱਲ ਨਹੀਂ ਹੈਗੀ। ਪਰਮਾਤਮਾ ਕਿੱਥੇ ਨਹੀਂ ਆ, ਪਰਮਾਤਮਾ ਬੰਦੇ ਦੀ ਸੋਚ ਦੇ ਵਿੱਚ ਨਹੀਂ ਹੈਗਾ। ਇਹੋ ਹੀ ਇੱਕ ਜ਼ਿੰਦਗੀ 'ਚ ਬੰਦੇ ਦੀ ਇੱਕ ਬੜੀ ਪ੍ਰੋਬਲਮ ਹੈ। ਬੰਦਾ ਦੂਜੇ ਨੂੰ ਸਮਝਾਈ ਜਾਂਦਾ ਹੈ ਕਿ ਤੁਸੀਂ ਆਹ ਨਾ ਕਰੋ, ਤੁਸੀਂ ਆਹ ਕਰੋ। ਸਭ ਤੋਂ ਪਹਿਲਾਂ ਤੇ ਆਪਾਂ ਅੰਡਰਸਟੈਂਡ ਕਰੀਏ ਕਿ ਤੁਸੀਂ ਸੋਚਦੇ ਜੋ ਕਿ ਬਾਣੀ, ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਸ ਲਹਿਜੇ ਦੇ ਵਿੱਚ ਮੈਸੇਜ ਕੀਤਾ। ਇੱਥੇ ਜੋ ਬਾਣੀ ਦਾ ਅਰਥ ਕੀਤਾ ਜਾ ਰਿਹਾ ਹੈ, ਇਹ ਕੋਈ ਸਾਨੂੰ ਕੋਈ ਲਾਲਚ ਨਹੀਂ ਹੈ, ਕੋਈ ਲਾਭ ਨਹੀਂ ਆ। ਅਸੀਂ ਕਿਸੇ ਨੂੰ ਕੋਈ ਇਹ ਨਹੀਂ ਕਹਿ ਰਹੇ ਕਿ ਅਸੀਂ ਕੋਈ ਗੁਰੂ ਆ ਜਾਂ ਸਿਆਣੇ ਆ। ਅਸੀਂ ਤੇ ਸਾਰੇ ਆਪਾਂ ਇੱਕ ਫੈਮਿਲੀ ਮੈਂਬਰ ਆ। 3 ਸਾਲ ਹੋ ਗਏ, 70-80 ਰਹਿੰਦੇ ਆ, 90 ਤੱਕ ਜਾਂਦੇ, ਫਿਰ ਟੁੱਟ ਜਾਂਦੇ ਆ, ਅੱਧੇ ਭੱਜ ਜਾਂਦੇ ਆ, 2-4 ਨਵੇਂ ਜਿੱਦਾਂ ਸਿਸਟਮ ਚੱਲਦਾ। ਤੁਸੀਂ ਏਦਾਂ ਕਰਿਓ, ਤੁਸੀਂ ਪ੍ਰੋਪਰਲੀ ਨਾ ਕੱਲ ਰਿਕਾਰਡਿੰਗ ਕਰਕੇ ਸਾਰਾ ਮੈਸੇਜ ਦੇ ਵਿੱਚ ਪਾਓ, ਤਾਂ ਜੋ ਸੰਗਤਾਂ ਦੇ ਮਨ 'ਚ ਵੀ ਜੇ ਕੋਈ ਕਨਫਿਊਜ਼ਨ ਹੈਗੀ ਕਲੀਅਰ ਹੋ ਜਾਂਦੀ ਹੈ। ਅੱਖਰਾਂ ਦੇ ਵਿੱਚ ਤੁਹਾਡੇ ਬਾਰੇ ਬਿਲਕੁਲ ਨਹੀਂ ਪਤਾ ਲੱਗਦਾ ਤੁਸੀਂ ਕੀ ਪੁੱਛਿਆ, ਬਿਲਕੁਲ ਨਹੀਂ ਪਤਾ ਲੱਗਦਾ। ਅੱਖਰ ਕੀ ਹੈ? ਅੱਖਰ ਤੇ ਕੁਛ ਵੀ ਨਹੀਂ।
ਤੁਸੀਂ ਆਪ ਗਰੁੱਪ 'ਚ ਰਿਕਾਰਡਿੰਗ ਕਰਕੇ ਪਾਓ ਪ੍ਰੋਪਰਲੀ, ਠੀਕ ਹੈ? ਮੈਂ ਇਹਨਾਂ ਨੂੰ ਮੈਸੇਜ ਕਰ ਦਿੰਦਾ ਹੈ, ਠੀਕ ਹੈ ਨਿੱਜਾ ਸਾਹਿਬ? ਹਾਂਜੀ ਹਾਂਜੀ। ਤੇ ਬਾਕੀ ਜੇਕਰ ਤੁਹਾਡੀ ਸੰਤੁਸ਼ਟੀ ਅਸੀਂ ਨਾ ਕਰਾ ਸਕੇ ਤਾਂ ਫਿਰ ਦੁਨੀਆ ਤੇ ਕਿਸੇ ਨੇ ਨਹੀਂ ਕਰਾਉਣਾ। ਇਸ ਨੂੰ ਰਿਕਾਰਡ ਕਰਕੇ ਪਲੀਜ਼ ਤੇ ਗਰੁੱਪ ਵਿੱਚ ਸੈਂਡ ਕਰੋ, ਠੀਕ ਹੈ ਸਰ? ਜੇਕੇ ਹੈਗੇ ਕੋਈ ਜੇਕੇ ਕੁਝ? ਹਾਂ ਮੈਂ ਕਰਤਾ ਨੂੰ ਇਸ ਨੂੰ ਰਿਕਾਰਡ ਕਰਕੇ ਗਰੁੱਪ ਵਿੱਚ ਸੈਂਡ ਕਰ, ਤਾਂ ਜੋ ਤੁਹਾਡੇ ਸਵਾਲ ਦਾ ਵੀਰ ਜੀ ਜੇ ਲਾਈਵ ਹੋਏਗੇ ਤਾਂ ਪੁੱਛ ਹੀ ਲਓ ਜੀ, ਸ਼ਾਇਦ ਬੈਠੇ ਹੋਣ। ਹਾਂ ਨਹੀਂ ਹੁਣੇ ਮੁਸ਼ਕਲ ਹੈ, ਜੇ ਲਾਈਵ ਹੁੰਦੇ ਨਾ ਤੇ ਉਹਨਾਂ ਨੇ ਫਿਰ ਇਹਨਾਂ ਨੇ ਮੈਸੇਜ ਨਹੀਂ ਪਾਉਣਾ ਸੀ, ਕਾਫੀ ਔਖਾ ਕੰਮ ਹੈ ਇਹ ਮੈਸੇਜ ਨਹੀਂ। ਚਲੋ ਠੀਕ ਹੈ, ਹਾਂ ਇਹ ਮੈਸੇਜ ਥੋੜਾ ਜਿਹਾ ਹੈ ਸੀ, ਇਸ ਕਰਕੇ ਮੇਰੇ ਦਿਮਾਗ ਸੀ ਉਹ, ਮੈਂ ਨਾਰਮਲੀ ਐਸੀ ਚੀਜ਼ ਨੂੰ ਅਟੈਂਡ ਨਹੀਂ ਕਰਦਾ। ਕੋਈ ਵੀ ਸਵਾਲ ਹੈਗਾ ਸਾਧ ਸੰਗਤ ਜੀ ਤੁਹਾਡੇ ਮਨ 'ਚ ਹੈਗਾ, ਤੁਸੀਂ ਸੰਗਤ ਦੇ ਵਿੱਚ ਬਹਿ ਕੇ ਪੁੱਛ ਸਕਦੇ ਜੋ, ਕਿਉਂਕਿ ਲਿਖ ਨਹੀਂ ਸਕਦੇ ਅਸੀਂ ਉਹਨੂੰ। ਹਾਂ ਥੋੜਾ ਜਿਹਾ ਕੋਸ਼ਿਸ਼ ਕਰਾਂਗੇ, ਹੋ ਸਕਦਾ ਤੁਹਾਡੇ ਡਾਊਟ ਕਲੀਅਰ ਹੋਣ। ਸਵਾਲ ਵੀ ਬੰਦਾ ਉਹ ਕਰੇ ਜਿਹਨੇ ਸਾਧਨਾ ਕੀਤੀ ਹੈ, ਜਿਹਨੇ ਸਾਧਨਾ ਨਹੀਂ ਕੀਤੀ ਕੇਵਲ ਗੱਲਾਂ ਕਰ ਰਿਹਾ ਵਾ, ਉਹਨੂੰ ਕੁਛ ਨਹੀਂ ਪਤਾ ਲੱਗੇਗਾ, ਠੀਕ ਹੈ ਜੀ? ਆਪਨੇ ਜੈਸਾ ਕਥਾ ਤੇ ਵਾਪਸ ਆ ਜਾਓ। ਉਹ ਕਹਿੰਦੇ ਹੰਸਾ ਵੇਖ ਤਰੰਦਿਆਂ ਪੱਗਾ ਪੀ ਆਇਆ ਚਾਓ, ਅੱਗੇ ਡੁੱਬ ਮੁਏ ਬੱਗ, ਅਗਲੇ ਬੱਲੇ ਬੋਲੋ ਜੈਸਾ। ਡੁੱਬ ਮੂਏ ਬੱਗ ਬੱਪੜੇ ਸਿਰ ਤਲੇ ਉੱਪਰ ਪਾਉ। ਕਹਿੰਦੇ ਪੁੱਠੇ ਹੋ ਕੇ ਡੁੱਬ ਗਏ ਇਸ ਸੰਸਾਰ ਸਮੁੰਦਰ ਦੇ ਵਿੱਚ, ਕਿਉਂਕਿ ਹੰਸਾਂ ਨੂੰ ਦੇਖ ਕੇ ਬੱਗਾਂ ਦੇ ਮਨ 'ਚ ਚਾਅ ਆਇਆ, ਬਹੁਤ ਵਧੀਆ ਆਇਆ। ਪਰ ਗੱਲ ਕੀ ਹੋਈ ਬਈ ਬੱਗ ਜਿਹੜੇ ਸੀਗੇ ਉਹਨਾਂ ਨੇ ਹੰਸਾਂ ਦੀ ਰੀਸ ਕੀਤੀ, ਪਰ ਹੰਸਾਂ ਦੇ ਗੁਣ ਨਹੀਂ ਲਏ। ਬਸ ਇੱਥੇ ਪ੍ਰੋਬਲਮ ਹੈ ਬਈ ਹੰਸ ਜਿਹੜੇ ਹੈਗੇ ਕਿਵੇਂ, ਜਿਹੜੇ ਹੈਗੇ ਉਹ ਹੰਸ ਤਰ ਰਹੇ ਆ ਕਿਵੇਂ, ਉਹ ਮਤਲਬ ਕਮਾਈ ਵੀਰ ਜੀ ਉਹਨਾਂ ਨੇ ਕਮਾਈ ਨਹੀਂ ਕੀਤੀ, ਉਹ ਇਧਰੋਂ ਉਧਰੋਂ ਇਕੱਠਾ ਕਰਕੇ ਗਿਆਨ ਪੜ੍ਹ ਕੇ ਤੇ ਉਹ ਬਸ ਆਪਣੇ ਆਪ ਨੂੰ ਸਮਝਣ ਲੱਗ ਗਏ ਉਹ ਅੰਦਰ ਕਰਮ ਕਾਂਡ ਦੇ ਥਰੂ ਕਿ ਜੀ ਅਸੀਂ ਵੀ ਉਹੀ ਹੰਸ ਹੈਗੇ ਆ, ਸਾਡੇ ਪਿੱਛੇ ਲੱਗੋ ਤੁਸੀਂ। ਬਿਲਕੁਲ। ਹਾਂਜੀ ਹੁਣ ਦੇਖੋ ਸਾਧ ਸੰਗਤ ਜੀ, ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਸਮਝਾਉਣਾ, ਇਹਦੀ ਨਾ ਇੱਕ ਬੜੀ ਜ਼ਬਰਦਸਤ ਵਿਆਖਿਆ ਹੈ, ਸਵੇਰੇ ਮੈਂ ਲਿਖੀ ਹੈ, ਚਾਣਚੱਕੀ ਆ ਗਈ, ਲੈਣ ਨਾਲ ਲੈਣ ਜੁੜ ਗਈ। ਦੇਖੋ ਇੱਕ ਤੇ ਹੁੰਦਾ ਹੈ ਟਰਾਂਸਲੇਸ਼ਨ, ਕਿਸੇ ਵੀ ਭਾਸ਼ਾ ਨੂੰ ਟਰਾਂਸਲੇਟ ਕਰ ਸਕਦੇ ਆ ਇੱਕ ਭਾਸ਼ਾ ਤੇ, ਜਿੱਦਾਂ ਟਰਾਂਸਲੇਸ਼ਨ ਕਿੱਦਾਂ ਕਰੋਗੇ ਤੁਸੀਂ ਅੱਖਰਾਂ ਦਾ? ਇਹ ਜਿਹੜੇ ਕਥਾਵਾਚਕ ਹੁੰਦੇ ਨੇ ਜਾਂ ਜਿੰਨਾ ਟੀਕਾ ਕੀਤਾ ਹੁੰਦਾ, ਇਹ ਮੋਸਟਲੀ ਕੀ ਕਰਦੇ, ਟਰਾਂਸਲੇਸ਼ਨ ਹੀ ਕਰ ਸਕਦੇ। ਕਿੱਥੋਂ ਕਰਨਗੇ? ਉਹ ਕਹਿਣਗੇ ਇਹਦਾ ਅੱਖਰ ਦਾ ਮਤਲਬ ਇਹ ਹੈ, ਡਿਕਸ਼ਨਰੀ ਦੀ ਅਕੋਰਡਿੰਗ ਉਹ ਤੋਂ ਬਾਅਦ ਨਹੀਂ ਜਾ ਸਕਦੇ। ਡਿਕਸ਼ਨਰੀ 'ਚ ਕੀ ਲਿਖਿਆ ਅੱਖਰ ਦਾ ਮਤਲਬ, ਉਹਨਾਂ ਨੇ ਉਹਦੇ ਹਿਸਾਬ ਦੇ ਨਾਲ ਅੱਖਰਾਂ ਨੂੰ ਜੋੜ ਕੇ ਟਰਾਂਸਲੇਸ਼ਨ ਕਰ ਦੇਣੀ ਹੈ ਕਿ ਗੁਰੂਆਂ ਦੀ ਗੱਲ ਦਾ ਆਹ ਮਤਲਬ ਹੈ। ਗੁਰੂਆਂ ਦੀ ਜੋ ਲਾਈਨ ਲਿਖੀ ਉਹਦਾ ਇਹ ਮਤਲਬ ਹੈ, ਨਾ ਕਿ ਗੁਰੂਆਂ ਦੀ ਗੱਲ ਦਾ ਇਹ ਮਤਲਬ ਹੈ। ਇਹ ਮਤਲਬ ਕੱਢਣ ਦੇ ਲਈ ਤੁਹਾਡੇ ਕੋਲ ਐਸਾ ਬੰਦਾ ਚਾਹੀਦਾ ਹੈ ਜਿਹਨੇ ਥੋੜੀ ਬਹੁਤੀ ਤਪੱਸਿਆ ਕੀਤੀ ਹੈ। ਦੇਖੋ ਇਹ ਗੱਲ ਬੜੀ ਬਰੀਕ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬੜੇ ਸਾਲਾਂ ਤੋਂ ਹੋ ਰਹੀ ਹੈ ਤੇ ਹੁੰਦੀ ਵੀ ਰਹੂਗੀ, ਪਰ ਜੋ ਕਥਾ ਆ ਗਰੁੱਪ ਦੇ ਵਿੱਚ ਹੋ ਗਈ ਹੈ, ਇਹ ਰੱਬ ਜਾਣਦਾ ਜਾਂ ਅਸੀਂ ਜਾਣਦੇ ਹਾਂ ਥੋੜਾ ਬਹੁਤਾ। ਗੁਰੂਆਂ ਨੇ ਕਿਹਾ ਕੀ ਆ? ਇਹ ਕਹਿਣਾ, ਉਹ ਮੈਸੇਜ ਨੂੰ ਅੱਜ ਦੇ ਸਮੇਂ ਅਨੁਸਾਰ ਅਸੀਂ ਉਹਨੂੰ ਤੁਹਾਡੇ ਸਾਹਮਣੇ ਰੱਖਿਆ, ਆਉਣ ਵਾਲੇ ਸਮੇਂ 'ਚ ਅੱਗੇ ਹੋਰ ਬਦਲੇਗਾ। ਤੁਹਾਡੀ ਆਵਾਜ਼ ਘਟ ਗਈ ਜੀ, ਆਵਾਜ਼। ਕੋਈ ਫੋਨ ਆ ਗਿਆ ਉਹਨਾਂ ਨੂੰ ਮਿਲੋ। ਗੋਰਖੀ ਸਾਹਿਬ ਤੁਹਾਡੀ ਆਵਾਜ਼ ਵਿੱਚ ਫੋਨ ਆ ਗਿਆ ਸੀ, ਉਹ ਸੌਰੀ, ਉਹ ਨਾ ਗੁੜੀਆ ਨੂੰ ਮੈਂ ਛੱਡ ਕੇ ਆਇਆ ਤੇ ਉਹ ਕਰਦੇ ਫੋਨ ਸੀ ਚਾਹੀਦਾ, ਫੋਨ ਗਵਾਚ ਗਿਆ, ਨਹੀਂ ਕੋਈ ਸੌਰੀ। ਹੁਣ ਇੱਥੇ ਪਤਾ ਕੀ ਹੁੰਦਾ ਹੈ, ਬਾਣੀ ਬਾਰ-ਬਾਰ ਇਸ ਚੀਜ਼ ਨੂੰ ਉਹਨੂੰ ਖੰਡਨ ਕਰਦੀ ਹੈ। ਉਹ ਕਹਿੰਦੀ ਆ ਕਿ ਜੇ ਤੂੰ ਚੀਜ਼ ਨੂੰ ਨਹੀਂ ਜਾਣਿਆ ਤੇ ਨਾ ਬੋਲ, ਪਰ ਬੰਦਾ ਬੜਾ ਬੇਸ਼ਰਮ ਹੈਗਾ, ਬੋਲਦਾ। ਹੁਣ ਇੱਕ ਬੰਦਾ ਜਿਹੜਾ ਸਭ ਤੋਂ ਪਹਿਲਾਂ ਚੰਦਰਮਾ ਤੇ ਗਿਆ, ਨਿੱਜਾ ਸਾਹਿਬ, ਉਹ ਬੰਦਾ ਬੋਲੇ ਜਾਂ ਫਿਰ ਉਹ ਬੋਲੇ ਜਿਹੜਾ ਆਪ ਗਿਆ ਦੂਜਾ ਬੰਦਾ, ਤੇ ਜਿੰਨੇ ਉਹਨਾਂ ਬੰਦੇ ਦੀਆਂ ਗੱਲਾਂ ਹੀ ਸੁਣ ਲਈਆਂ, ਉਹਨਾਂ ਦੀਆਂ ਕਿਤਾਬਾਂ ਪੜ੍ਹ ਲਈਆਂ, ਫਿਰ ਉਹ ਬੋਲੇਗਾ ਤੇ ਕਿੰਨਾ ਕੁ ਸੱਚ ਗੜਬੜ ਹੋ ਜਾਏਗੀ ਨਾ। ਬਿਲਕੁਲ ਬਿਲਕੁਲ।
बड़ी प्रॉब्लम है। ये संसार की प्रॉब्लम ये हुआ और ए सारी दुनिया नूं गुमराह कर देना, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੀ ਇਹੋ ਹੈ, ਇਹ ਲੋਕ ਜਿਹੜੇ ਲੋਕ ਨੇ ਉਹਨਾਂ ਨੇ ਆਪ ਤੇ ਜਾਣਿਆ ਨਹੀਂ ਨਾ ਕੋਈ, ਕਿਉਂਕਿ ਜਾਣਨਾ ਮਤਲਬ ਕੋਈ ਔਖਾ ਕੰਮ ਥੋੜੀ ਹੈਗਾ ਹੈ, ਬਹੁਤ ਆਸਾਨ ਕੰਮ ਹੈ। ਇਟ ਇਜ਼ ਵੈਰੀ ਈਜ਼ੀ ਜੌਬ। ਰੱਬ ਨੂੰ ਜਾਣਨਾ ਕਿਤੇ ਕਿੰਨਾ ਔਖਾ ਕੰਮ ਹੈ, ਕੌਣ ਕਹਿੰਦਾ ਔਖਾ ਹੈ? ਬਟ ਇਹ ਆ ਕਿ ਜਿਹੜੀ ਆਪਣੀ ਫਾਲਤੂ ਦੀ ਹਉਮੈ ਹੈ, ਜਿਹੜਾ ਗੱਲ ਦੇ ਵਿੱਚ ਉਹ ਜਿਹੜਾ ਆਪਾਂ ਸਿਹਰਾ ਪਾ ਲਿਆ ਹੈ ਕਿ ਮੈਨੂੰ ਪਤਾ ਹੈ, ਮੈਂ ਕੁਝ ਜਾਣਦਾ ਹੈ, ਕਿਸੇ ਦਾ ਪੜ੍ਹ ਕੇ ਜਾਣ ਲਿਆ, ਉਹਨੂੰ ਜਾਣਿਆ ਨਹੀਂ ਆ। ਉਹਨੂੰ ਰੱਬ ਨੂੰ ਤੇ ਨਿੱਜਰ ਸਾਹਿਬ ਜਾਣਨਾ ਹੀ ਬੜਾ ਆਸਾਨ ਹੈ, ਕਿਉਂਕਿ ਰੱਬ ਨੂੰ ਜਾਣਨ ਵਾਸਤੇ ਤੁਹਾਡਾ ਕੋਈ ਪੜ੍ਹਾਈ ਨਹੀਂ ਚਾਹੀਦੀ ਨਿੱਜਰ ਸਾਹਿਬ, ਉਹਦੇ ਧਿਆਨ ਸਿਮਰਨ ਚਾਹੀਦਾ। ਤੁਸੀਂ ਮਿਹਨਤ ਕਰੋ, ਤੁਸੀਂ ਉਹਨੂੰ ਜਾਣ ਲਓ। ਪਰਮਾਤਮਾ ਥੋੜੀ ਚਾਹੁੰਦਾ ਹੈ ਕਿ ਤੁਹਾਡੇ ਕੋਲ ਕਿ ਤੁਹਾਡੀ ਇੰਨੀ ਤੁਸੀਂ ਇੰਨੇ ਪਵਿੱਤਰ ਹੋ ਜਾਓ, ਤੁਸੀਂ ਇੰਨੇ ਪਾਕ ਹੋ ਜਾਓ ਤੇ ਤਾਂ ਹੀ ਮੈਨੂੰ ਜਾਣ ਸਕਦੇ ਆ। ਉਹ ਕਹਿੰਦੇ ਕਿ ਮਲੀਨ ਹੋਊਗਾ, ਉਹ ਕਾਂ ਤੋਂ ਹੰਸ ਕਰ ਦਿੰਦਾ ਗੋਬਿੰਦ। ਹੁਣ ਕਾਂ ਹੈਗੇ ਤਾਂ ਹੀ ਆਪਾਂ ਹੰਸ ਹੋਣ ਵਾਸਤੇ ਜਾਣਾ ਹੈ। ਬਿਲਕੁਲ। ਤੇ ਜੇ ਮੈਂ ਪਹਿਲਾਂ ਹੀ ਪਵਿੱਤਰ ਨੇ ਤੇ ਫਿਰ ਮੈਨੂੰ ਕੀ ਲੋੜ ਪਈ ਆਤਮਾ ਚ ਜਾਣ ਦੀ? ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਇਹ ਚੀਜ਼ ਆਪਾਂ ਸਮਝੀਏ। ਹੁਣ ਇੱਥੇ ਆਪਾਂ ਚੀਜ਼ ਸਮਝੀਏ ਕਿ ਜੇ ਗੁਰੂਆਂ ਨੂੰ ਆਪਾਂ ਸਮਝਣਾ ਹੈ ਤੇ ਆਪਾਂ ਨੂੰ ਗੁਰੂਆਂ ਦੇ ਗਿਆਨ ਨੂੰ ਪਹਿਲਾਂ ਅੰਡਰਸਟੈਂਡ ਕਰਨਾ ਪਊਗਾ ਕਿ ਗੁਰੂ ਕਹਿੰਦੇ ਕੀ ਹੈ। ਬਾਣੀ ਕੇਵਲ ਇੱਕ ਗੱਲ ਤੇ ਇਸ਼ਾਰਾ ਕਰ ਰਹੀ ਹੈ ਕਿ ਜੀਵਨ ਤੇਰਾ ਹੈ, ਔਰ ਇਸ ਜੀਵਨ ਦਾ ਤੂੰ ਕੀ ਕਰਨਾ ਚਾਹੁੰਦਾ ਦੱਸ ਮੈਨੂੰ। ਤੂੰ ਕੋਈ ਵਿਚਾਰਾ ਕੋਈ ਆਲੂ ਗੰਢੇ ਖਰੀਦੀ ਜਾਂਦਾ ਨਿੱਜਰ ਸਾਹਿਬ, ਕੋਈ ਸੋਚਦਾ ਹੈ ਕਿ 2-4 ਕਿਲੋ ਇੱਥੋਂ ਕੋਈ ਸਬਜ਼ੀ ਮਿਲ ਗਈ ਹੈ, ਕੋਈ ਫਰੂਟ ਮਿਲ ਗਿਆ, ਇਹ ਈਮਾਨ ਆਦਮੀ ਵੇਚੀ ਜਾਂਦਾ ਹੈ। ਪਰ ਬਾਣੀ ਕਹਿੰਦੀ ਹੈ ਕਿ ਜਿਹੜੀ ਤੇਰੀ ਆਤਮਾ ਵਾ ਤੂੰ ਇਹਨੂੰ ਨਾ ਵੇਚ। ਕਿਉਂ ਤੂੰ ਮਤਲਬ ਛੋਟੀਆਂ ਚੀਜ਼ਾਂ ਬਦਲੇ ਇਹਨੂੰ, ਇਹ ਆਪਣੀ ਸੋਲ ਨੂੰ ਤੂੰ ਖਤਮ ਕਰ ਰਿਹਾ। ਇਹ ਬੜੀ ਪਵਿੱਤਰ ਚੀਜ਼ ਹੈ, ਇਹ ਅਨਮੋਲ ਹੈ। ਇਹ ਤੈਨੂੰ ਬੜਾ ਜ਼ਬਰਦਸਤ ਜੀਵਨ ਮਿਲਿਆ, ਉਸ ਤੋਂ ਬਾਅਦ ਤੈਨੂੰ ਗਿਆਨ ਮਿਲਿਆ। ਹੁਣ ਗਿਆਨ ਆਪਣੇ ਘਰ ਚ ਆ ਗਿਆ, ਕਿੱਡੀ ਵੱਡੀ ਗੱਲ। ਪਹਿਲਾਂ ਲੋਕੀ ਗੁਰੂਕੁਲਾਂ ਚ ਜਾ ਕੇ ਪੜ੍ਹਦੇ ਸੀ, ਉੱਥੇ ਜਾ ਕੇ ਪੜ੍ਹਨਾ, ਉੱਥੇ ਮੱਛਰ ਮੱਖੀਆਂ ਪਤਾ ਨਹੀਂ ਜਿਸਾ ਜੰਗਲਾਂ ਚ ਰਹਿਣਾ। ਬਿਲਕੁਲ। ਹੁਣ ਤੇ ਆ ਵੇਖੋ ਪ੍ਰਮਾਤਮਾ ਨੇ ਏਡੀ ਸੋਹਣੀ ਟੈਕਨੋਲੋਜੀ ਹੈ, ਕੁਦਰਤ ਨੇ ਗਿਆਨ ਇੰਨਾ ਸਰਲ ਕਰਤਾ ਕਿ ਤੁਹਾਡੇ ਘਰ ਹੀ ਗਿਆਨ ਪਹੁੰਚ ਰਿਹਾ। ਬਿਲਕੁਲ ਸਹੀ। ਔਰ ਜਿੰਨੀ ਮਾਇਆ ਤੇਜ ਆ ਗੋਰਖੀ ਸਾਹਿਬ, ਓਨਾ ਹੀ ਮਾਲਕ ਨੇ ਜਿਹੜਾ ਹੈਗਾ ਓਨਾ ਹੀ ਨੀਵਾਂ ਹੋ ਗਿਆ ਮਾਲਕ ਜਿਹੜਾ ਹੈਗਾ। ਨਿੱਜਰ ਸਾਹਿਬ ਸਸਤਾ ਹੈ, ਬਹੁਤ ਸਸਤਾ। ਬਿਲਕੁਲ। ਗੁਰਬਾਣੀ ਚ ਤੇ ਲਿਖਿਆ 9-10 ਦਿਨਾਂ ਚ ਹੀ ਕੰਮ ਬਣ ਜਾਂਦਾ। ਤੇ ਹੁਣ ਆ ਜਿਹੜੇ ਭਾਜੀ ਨੇ ਜਿਨ੍ਹਾਂ ਨੇ ਇਸ ਗਰੁੱਪ ਚ ਸਵਾਲ ਪਾਇਆ, ਕਿਸੇ ਨੂੰ ਦਰਸ਼ਨ ਹੋਏ, ਮੈਂ ਤੂੰ ਬਾਣੀ ਪੜ੍ਹੀ ਨਹੀਂ। ਜੇ ਕਿਤੇ ਬਾਣੀ ਪੜ੍ਹੀ ਹੋਵੇ, ਜੇ ਸਾਡੀ ਕਥਾ ਵੀ ਤੇ ਸੁਣੀ ਹੋਵੇ, ਪਹਿਲੀ ਗੱਲ ਤਾਂ ਤੈਨੂੰ ਪਤਾ ਹੀ ਨਹੀਂ ਹੋਣਾ ਕਮੈਂਟ ਕੀ ਕਰਤਾ ਉਹਨਾਂ ਨੇ। ਬਾਣੀ ਕਿਤੇ ਸਮਝੀ ਆ ਇਹ ਕੀ ਗੱਲ ਚੱਲ ਰਹੀ ਹੈ? ਇਹ ਜਿਹੜੀ ਕਥਾ ਕਰ ਰਹੇ ਆ ਕੋਈ ਐਵੇਂ ਹੀ ਹੋ ਰਹੀ ਹੈ, ਪਰ ਉਹਨਾਂ ਨੇ ਲਿਖਤਾ ਹੈ। ਆਪ ਜਸਟ ਸੋਚੋ ਕਿ ਕਿਸੇ ਨੂੰ ਦਿਲ ਨੂੰ ਠੇਸ ਨਾ ਪਹੁੰਚੇ। ਉਹ ਠੇਸ ਪਹੁੰਚਣ ਦੇ ਲਈ ਪਹਿਲਾਂ ਭਾਈ 5-10 ਦਿਨ ਤੁਸੀਂ ਕਥਾ ਸੁਣੋ, ਇੱਥੇ ਕੀ ਗੱਲ ਚੱਲ ਰਹੀ ਹੈ, ਕਿਸ ਲੈਵਲ ਦਾ ਗਿਆਨ ਪ੍ਰਗਟ ਹੋ ਰਿਹਾ, ਫਿਰ ਤੁਸੀਂ ਕਮੈਂਟ ਵੀ ਕਰੋ। ਪਰ ਜੇ ਤੁਸੀਂ ਸੁਣਿਆ ਹੀ ਨਹੀਂ, ਤੁਸੀਂ ਓਦਾਂ ਹੀ ਸੁਣ ਕੇ ਲੋਕਾਂ ਨੂੰ ਕਮੈਂਟ ਕਰ ਦਿੱਤਾ, ਤੇ ਫਿਰ ਤੇ ਪ੍ਰੋਬਲਮ ਹੋ ਜਾਏਗੀ ਨਾ। ਹਾਂਜੀ, ਇਹ ਦੇਖੋ ਆਪਾਂ ਇਹ ਚੀਜ਼ ਨੂੰ ਸਮਝੀਏ। ਫਿਰ ਜਿਹੜਾ ਬੰਗਲਾ ਹੈ, ਬੰਗਲਾ ਕੀ ਕਹਿੰਦੇ ਆ, ਉਹ ਡੁੱਬ ਜਾਂਦਾ। ਕਿਉਂ? ਉਹ ਹੰਸ ਨੂੰ ਕਾਪੀ ਕਰ ਰਿਹਾ ਹੈ ਔਰ ਉਸੇ ਭਰਮ ਚ ਡੁੱਬਦਾ ਹੈ ਨਿੱਜਰ ਸਾਹਿਬ, ਕਿਉਂਕਿ ਉਹਦੇ ਕੋਲ ਹੈ ਹੀ ਨਹੀਂ। ਪਰ ਉਹਨੇ ਆਪਣੇ ਆਪ ਦੇ ਅੰਦਰ ਵਹਿਮ ਪਾਲਿਆ ਕਿ ਰੰਗ ਮੇਰਾ ਵੀ ਚਿੱਟਾ, ਉਧਰ ਹੰਸ ਦਾ ਵੀ ਰੰਗ ਚਿੱਟਾ। ਨਿੱਜਰ ਸਾਹਿਬ ਬਿਲਕੁਲ। ਆਪਣੇ ਆਪ ਨੂੰ ਧੋਖਾ ਦੇਣਾ ਬੜਾ ਆਸਾਨ ਹੈ ਨਾ। ਤੁਸੀਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਕਰ ਲਓ, ਪਰ ਉਹ ਹੰਸ ਦਾ ਰੰਗ ਬੇਸ਼ੱਕ ਭਾਵੇਂ ਚਿੱਟਾ ਹੈ ਤੇ ਤੇਰਾ ਵੀ ਚਿੱਟਾ ਹੈ, ਪਰ ਹੰਸ ਦੀ ਬਿਰਤੀ ਚੰਗੀ ਹੈ, ਤੇਰੀ ਬਿਰਤੀ ਚੰਗੀ ਨਹੀਂ ਹੈ। ਤੇਰੀ ਬਿਰਤੀ ਦੇ ਵਿੱਚ ਔਗਣ ਆ, ਉਹਦੀ ਬਿਰਤੀ ਚ ਨਿੱਜਰ ਸਾਹਿਬ ਔਗਣ ਨਹੀਂ ਹੈਗੇ। ਇਹੋ ਫਰਕ ਹੈ। ਹੋਰ ਬਾਕੀ ਹੁਣ ਇੱਥੇ ਨੂੰ ਬੰਗਲੇ ਬਥੇਰੇ ਹੈਗੇ ਨੇ, ਉਹ ਸਮਝਦੇ ਆਪਣੇ ਆਪ ਨੂੰ ਹੰਸ ਨੇ, ਪਰ ਬਾਣੀ ਕਹਿੰਦੀ ਤੂੰ ਹੰਸ ਨਹੀਂ ਹੈਗਾ। ਫਿਰ ਕਹਿੰਦੇ ਕਿੱਦਾਂ ਨਹੀਂ ਅਸੀਂ ਹੰਸ, ਅਸੀਂ ਤੇ ਬਿਲਕੁਲ ਹੀ ਸਾਫ਼ ਸੁਥਰੇ ਆ। ਕੱਪੜੇ ਵੇਖੋ ਕਿੱਡੇ ਸੋਹਣੇ, ਚਿੱਟੇ ਬੂਟ ਪਾਏ, ਚਿੱਟੇ ਰੰਗ ਦੀ ਪੱਗ ਆ। ਇੱਥੇ ਮੈਂ ਆਪਣੇ ਸਹੁਰਿਆਂ ਜਾਂਦਾ ਵਾਂ ਤੇ ਉੱਥੇ ਇੱਕ ਗੁਰਦੁਆਰਾ ਰਾਹ ਚ ਆਉਂਦਾ, ਪਤਾ ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ, ਤੇ ਉਹ ਸਾਰਾ ਉਹਨਾਂ ਦੀ ਜਿੰਨੀ ਵੀ ਸੰਗਤ ਆਉਂਦੀ ਹੈ ਨਿੱਜਰ ਸਾਹਿਬ ਪੱਗ ਚਿੱਟੀ, ਪਰਨਾ ਚਿੱਟਾ, ਥੱਲੇ ਕੱਪੜੇ, ਲੇਡੀਜ਼ ਨੇ ਵੀ ਜੈਂਟਸ ਨੇ ਵੀ ਚਿੱਟੇ, ਬੂਟ ਤੱਕ ਵੀ ਚਿੱਟੇ ਪਾਏ ਉਹਨਾਂ ਨੇ। ਬਿਲਕੁਲ। ਤੇ ਹੁਣ ਉੱਥੇ ਇਹ ਸਮਝ ਦੀ ਲੋੜ ਆ ਕਿ ਕਿਤੇ ਬੰਗਲੇ ਵਾਲਾ ਕੰਮ ਤੇ ਨਹੀਂ ਆ। ਆਪਾਂ ਪ੍ਰੈਕਟੀਕਲ ਉਸ ਜੀਵਨ ਨੂੰ, ਉਸ ਸੱਚਾਈ ਨੂੰ ਦੇਖ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਆ, ਤੁਸੀਂ ਰੱਬ ਨੂੰ ਦੇਖਿਆ ਨਹੀਂ ਦੇਖਿਆ, ਇਹਦਾ ਇੱਕ ਸਬੂਤ ਹੈ ਤੁਹਾਡੇ ਕੋਲ।
ਮੈਂ ਦੱਸਾਂਗਾ ਤੁਹਾਨੂੰ, ਅੱਜ ਹੀ ਦੱਸ ਦਿੰਦਾ। ਤੁਹਾਡੇ ਜੀਵਨ 'ਚ ਮਲੀਨਤਾ ਘਟਣੀ ਸ਼ੁਰੂ ਹੋ ਜਾਏਗੀ ਜੇਕਰ ਤੁਸੀਂ ਇੱਕ ਛਣ ਦੇ ਲਈ ਵੀ ਰੱਬ ਨੂੰ ਦੇਖਿਆ। ਬਾਣੀ ਕਹਿੰਦੀ ਆ, ਕਬੀਰ ਸਾਹਿਬ ਕਹਿ ਰਹੇ ਨੇ, ਜੇ ਤੂੰ ਇੱਕ ਛਣ ਵੀ ਆਪਣੇ ਮਨ ਨੂੰ ਰੋਕ ਲੇਗਾ ਤੇ ਹਾਜ਼ਰਾ ਹਜ਼ੂਰ ਖੁਦਾਏ। ਕਿਹੜੇ ਰੱਬ ਦੀ ਗੱਲ ਕਰਦੇ ਜੇ ਤੁਸੀਂ? ਉਹ ਕੋਈ ਐਸੀ ਕੋਈ ਫਿਲਮ ਸਟਾਰ, ਕੋਈ ਏਦਾਂ ਦੀਆਂ ਫੋਟੋਆਂ ਵਾਲਾ ਰੱਬ ਨਹੀਂ ਲੱਭਦੇ ਫਿਰਦੇ। ਕਬੀਰ ਸਾਹਿਬ ਨੇ ਗੱਲ ਕਹੀ ਕਿ ਤੇਰਾ ਮਨ ਇੱਕ ਛਣ ਵੀ ਰੁਕ ਜਾਏਗਾ ਤੇ ਤੂੰ ਉਹ ਪਰਮਾਤਮਾ ਦੇ ਦਰਸ਼ਨ ਕਰ ਲੇਗਾ ਜਿਹੜਾ ਸਾਰੀ ਜਗ੍ਹਾ ਤੇ ਰਮਿਆ ਹੋਇਆ ਹੈ। ਔਰ ਇਸ ਤੋਂ ਵੱਧ ਸਬੂਤ ਕੀ ਚਾਹੀਦਾ? ਔਰ ਉਸ ਨੂੰ ਸਾਰੇ ਲੋਕ ਅਨੁਭਵ ਕਰ ਰਹੇ ਨੇ। ਔਰ ਉਹਨੂੰ ਅਨੁਭਵ ਕਰਨ ਤੋਂ ਬਾਅਦ ਕੀ ਹੋਇਆ? ਜੀਵਨ ਦੇ ਵਿੱਚੋਂ ਬੁਰਾਈ ਘਟ ਰਹੀ ਹੈ, ਕੋਈ ਛੱਡਣ ਦੀ ਲੋੜ ਨਹੀਂ ਹੈ, ਅੰਦਰੋਂ ਛੁੱਟ ਰਹੀ ਹੈ। ਨਿੱਜਰ ਸਾਹਿਬ ਸਹੀ ਹੈ ਜੀ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ ਪਲੀਜ਼ ਆਪ ਏਦਾਂ ਬੱਚਿਆਂ ਵਾਲਾ ਸਵਾਲ ਕਰੋਗੇ, ਮੈਂ ਸੋਚ ਕੇ ਹੈਰਾਨ ਹੋ ਗਿਆ। ਹਾਂ ਅੱਗੇ ਚਲੀਏ ਜੀ ਪਲੀਜ਼। ਹਾਂ पौड़ी, तू आपे ही आप हैं, आप कारण किया। महाराज कह रहे हैं चौथी पातशाही परमात्मा नू, बई तू कल्ला ही हैगा है, आपे ही आप है। सारा कुछ जो कुछ भी दिस रहा आपां नू, जिन्ने भी जीव दिस रहे हैं, जो भी आकार दे विच दिस रहा है, सारा कुछ तू आप ही हैगा है। तू आपे ही आप हैं। देखो दो बारी लिखा, तू आपे ही आप हैं, आप कारण किया। तू आप ही जिहड़ा हैगा ये संसार बनाउण दा कारण तू आप ही कीता है भाई। तू आपे आप निरंकार है, को अवर ना पिया। कहंदे तू निरंकार है आप ही, तेरा कोई आकार नहीं हैगा, कोई होर है ही नहीं तेरे तो अलावा। तू करण कारण समर्थ है, तू करें सो थिया। कहते तू सारा कुछ ਕਰਨ ਵਾਲਾ ਵੀ ਹੈਗਾ ਆ, ਤੇ ਕਾਰਨ ਵੀ ਹੈਗਾ, ਤੇ ਸਮਰੱਥ ਵੀ ਹੈਗਾ ਹੈ। ਤੂੰ ਕਰੇ ਸੋ ਥੀਆ, ਜੋ ਤੂੰ ਕਰਦਾ ਹੈ ਉਹ ਲਾਜ਼ਮੀ ਹੁੰਦਾ ਹੈ। ਤੂੰ ਅਣਮੰਗਿਆ ਦਾਨ ਦੇਵਣਾ, ਸਭ ਨਾਹਾਂ ਜੀਆਂ। ਔਰ ਦੇਖੋ ਬਗੈਰ ਮੰਗਿਆ ਦਾਨ ਦਿੰਦਾ ਹੈ ਮਾਲਕ ਪਰਮਾਤਮਾ ਸਾਰਿਆਂ ਨੂੰ, ਜਿਹੜਾ ਹੈਗਾ ਸਮੇਂ ਸਮੇਂ ਤੇ ਜੀਵਨ ਦੀ ਜਿਹੜੇ ਹੈਗੇ ਆ ਜੀਵਨ ਦੇ ਪੜਾਅ ਦੇ ਉੱਤੇ ਆਪਣੇ ਆਪ ਜਿਹੜਾ ਹੈਗਾ ਦੇਖ ਲਓ, ਆਪਾਂ ਦਾਨ, ਆਪਾਂ ਮਾਲਕ ਪਰਮਾਤਮਾ ਹਰ ਚੀਜ਼ ਦਿੰਦਾ ਹੈ। ਸਭ ਆਖੋ ਸਤਿਗੁਰ ਵਾਹ ਵਾਹ, ਜਿਨੇ ਦਾਨ ਹਰ ਨਾਮ ਮੁਖ ਦਿਆ। ਕਹਿੰਦੇ ਇੱਕ ਚੀਜ਼ ਹੈਗੀ ਆ ਜਿਹੜੀ ਮਾਲਕ ਨੇ ਰੱਖੀ ਹੈ ਡਿਮਾਂਡ ਦੇ ਉੱਤੇ, ਉਹ ਹੈਗਾ ਪਰਮੇਸ਼ਰ ਦਾ ਨਾਮ। ਔਰ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਜਿਹੜਾ ਇਹਦੀ ਡਿਮਾਂਡ ਕਰਦਾ ਹੈ, ਮਾਲਕ ਉਹਨੂੰ ਦਿੰਦਾ ਹੈ। ਔਰ ਦਿੰਦਾ ਹੈ ਸਤਿਗੁਰੂ ਦੇ ਥਰੂ, ਬ੍ਰਹਮ ਗਿਆਨੀਆਂ ਦੇ ਥਰੂ। ਔਰ ਮਹਾਰਾਜ ਕਹਿੰਦੇ ਸਾਰੇ ਜਿਹੜੇ ਹੈਗੇ ਉਹ ਸਤਿਗੁਰੂ ਨੂੰ, ਉਸ ਬ੍ਰਹਮ ਗਿਆਨੀਆਂ ਨੂੰ ਵਾਹ ਵਾਹ ਕਹੋ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਦਿੱਤਾ ਭਗਤੀ ਕਰਨ ਦੇ ਵਾਸਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਤੇ ਉਹ ਕਹਿ ਰਹੇ ਨੇ ਤੂੰ ਆਪ ਹੀ ਆਪ ਹੈ, ਆਪ ਕਾਰਨ ਕੀ ਆ। ਦੇਖੋ ਪਰਮਾਤਮਾ ਚਾਹੇ ਨਿਰਗੁਣ ਰੂਪ ਚ ਹੈ, ਚਾਹੇ ਸਰਗੁਣ ਰੂਪ ਚ ਹੈ, ਪਰਮਾਤਮਾ ਖੁਦ ਹੀ ਹੈਗਾ। ਬਿਲਕੁਲ, ਕਿਉਂਕਿ ਉਸ ਤੋਂ ਇਲਾਵਾ ਕੁਝ ਹੋ ਨਹੀਂ ਸਕਦਾ। ਆਪ ਨੂੰ ਇਸ ਗੱਲ ਨੂੰ ਸਮਝਣ ਦੇ ਲਈ ਇੱਕ ਛੋਟੀ ਜਿਹੀ ਗੱਲ ਲਈਏ। ਹਾੜਾ ਤੁਹਾਡੇ ਅੰਦਰ ਬੈਠਾ ਜਾਂ ਮੇਰੇ ਅੰਦਰ ਬੈਠਾ, ਇਹ ਵੀ ਰੱਬ ਹੀ ਆ। ਬਿਲਕੁਲ, ਚਾਹੇ ਇਹਨੂੰ ਪ੍ਰਕਿਰਤੀ ਕਹਿ ਲਓ, ਰਜੋ ਤਮੋ ਸਤੋ ਕਹਿ ਲਓ, ਹੈ ਪਰਮਾਤਮਾ ਹੀ ਆ। ਇਹਦੇ ਚ ਕੋਈ ਸ਼ੱਕ ਨਹੀਂ ਆ। ਹੁਣ ਤੁਸੀਂ ਇਹ ਕਹੋਗੇ ਕਿ ਫਿਰ ਪਰਮਾਤਮਾ ਭਟਕ ਕਿਉਂ ਦਿਆ? ਇਹ ਉਹਦੀ ਰੀਲ ਹੈ। ਉਹਨੇ ਆਪਣੇ ਦੇ ਵਿੱਚੋਂ ਹੀ ਪਤਾ ਨਹੀਂ ਕਿੰਨੇ ਕੁ ਰੂਪ ਤਿਆਰ ਕੀਤੇ। ਨਿੱਜਰ ਸਾਹਿਬ ਹੈ ਤੇ ਪਰਮਾਤਮਾ ਹੀ ਆ। ਆਫਟਰ ਆਲ ਲਾਸਟ ਤੇ ਤੁਸੀਂ ਪਹੁੰਚ ਜਾਓਗੇ ਨਾ, ਮਟਕਾ ਬਣਿਆ, ਇੱਟ ਬਣੀ ਕਿੱਥੋਂ? ਮਿੱਟੀ ਤੋਂ। ਮਿੱਟੀ ਕਿੱਥੋਂ ਆਈ? ਰੱਬ ਚੋਂ। ਬਿਲਕੁਲ, ਇਹ ਪਿੱਛੇ ਤੁਰੇ ਜਾਓ, ਪਲੀਜ਼ ਤੁਰੇ ਜਾਓ। ਹੁਣ ਬਾਣੀ ਕਹਿੰਦੀ ਆ ਕਿ ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੰਗ ਨਹੀਂ, ਕੋਈ ਰੇਖ ਨਹੀਂ ਹੈ। ਉਹ ਨਿਰਗੁਣ ਇੰਨਾ ਪਾਵਰਫੁਲ ਆ, ਆਪਣੇ ਅੰਦਰੋਂ ਹੀ ਪਦਾਰਥ ਨੂੰ ਪੈਦਾ ਕਰ ਦਿੰਦਾ। ਪਰ ਉਹ ਆਪ ਨਹੀਂ ਜੀ ਹੈਗਾ, ਡਾਇਰੈਕਟ ਨਹੀਂ ਹੈਗਾ, ਇਨਡਾਇਰੈਕਟ ਆ। ਹੈ ਤੇ ਸਰਵ ਵਿਆਪਕ ਪਾਵਰ ਹੀ ਉਹ ਆ। ਪਰ ਨਿੱਜਰ ਸਾਹਿਬ, ਇਹ ਪਾਵਰ ਜਿਹੜੀ ਏਸੀ 'ਚ ਅਲੱਗ ਕੰਮ ਕਰ ਰਹੀ ਆ, ਫ੍ਰਿਜ 'ਚ ਅਲੱਗ ਕੰਮ ਕਰ ਰਹੀ ਹੈ, ਟੀਵੀ 'ਚ ਅਲੱਗ ਕੰਮ ਕਰ ਰਹੀ ਆ, ਹੀਟਰ 'ਚ ਅਲੱਗ ਕੰਮ ਕਰ ਰਹੀ ਹੈ, ਪਰ ਬਿਜਲੀ ਆਪ ਕੁਛ ਨਹੀਂ ਜੇ ਕਰਦੀ। ਉਹ ਜਿੱਦਾਂ ਦਾ ਮੈਕੈਨਿਜ਼ਮ ਤਿਆਰ ਕੀਤਾ, ਹੁਣ ਜੂਨੀਆਂ ਤਿਆਰ ਕੀਤੀਆਂ, ਜੂਨੀਆਂ ਦੇ ਵਿੱਚ ਉਹ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਟਰਾਂਸਫੋਰਮੇਸ਼ਨ ਹੋ ਰਹੀਆਂ ਨੇ।
ਕਰਕੇ ਬੇਸ਼ੱਕ ਹੈ ਸਭ ਕੁਝ ਉਹ ਚੋਂ ਬ੍ਰਹਮ ਚੋਂ ਹੀ ਆਇਆ ਵਾ, ਪਰ ਨਿੱਜਰ ਸਾਹਿਬ ਬ੍ਰਹਮ ਇਹ ਬ੍ਰਹਮ ਡਾਇਰੈਕਟ ਨਹੀਂ ਹੈਗਾ ਜੀ। ਬਿਲਕੁਲ, ਕਿਉਂਕਿ ਪ੍ਰਕਿਰਤੀ ਹੈ। ਪ੍ਰਮਾਤਮਾ ਤੋਂ ਪਹਿਲਾਂ ਬਣੇ 3 ਗੁਣ, 3 ਗੁਣਾਂ ਤੋਂ ਗਾਂ ਉਹ ਪ੍ਰਕਿਰਤੀ ਦੀ ਰਚਨਾ ਹੋਈ। ਹੁਣ ਪ੍ਰਕਿਰਤੀ ਦੀ ਰਚਨਾ ਹੋਣ ਦੇ ਲਈ 5 ਪਦਾਰਥ ਨੇ, ਧਰਤੀ, ਪਾਣੀ, ਆਕਾਸ਼, ਹਵਾ ਤੇ ਅਗਨ। ਇਹ ਆਪਾਂ ਜਿਹੜੇ ਆ ਆਪਾਂ ਸੰਮਿਲਨ ਹੈਗੇ ਆ, ਆਪਾਂ ਇਹਨਾਂ ਦੇ ਮਿਕਸਰ ਹੈਗੇ ਆ, ਮਿਕਸ ਕਰਦੇ ਆ। ਹੁਣ ਇਹ ਜਿਹੜਾ ਜੀਵਨ ਹੈ ਦੇਖੋ ਇਹਦੇ ਵਿੱਚ ਆਪਾਂ ਪਰਮਾਤਮਾ ਤੇ ਨਹੀਂ ਨਾ ਹੈਗੇ, ਆਏ ਉਹਦੇ ਵਿੱਚੋਂ ਆ ਆਖਰ ਦੇ ਵਿੱਚ, ਕਿਉਂਕਿ ਸਾਡੇ ਕੋਲ ਉਨੀ ਸ਼ਕਤੀ ਥੋੜੀ ਨਿੱਜਰ ਸਾਹਿਬ ਹੈਗੀ ਹੈ। ਬਿਲਕੁਲ, ਜੇ ਅਸੀਂ ਪਰਮਾਤਮਾ ਖੁਦ ਹੈਗੇ ਆ, ਡਾਇਰੈਕਟ ਹੈਗੇ ਆ, ਤੇ ਫਿਰ ਅਸੀਂ ਵੀ ਤੇ ਸੂਰਜ ਸਰਜ ਬਣਾਈ ਹੈ ਨਾ, ਪਰ ਨਹੀਂ ਆਪਾਂ ਨਹੀਂ ਬਣਾ ਸਕਦੇ। ਆਪਾਂ ਕੇਵਲ ਉਹਦੀਆਂ ਬਣਾਈਆਂ ਹੋਈਆਂ ਦਾਤਾਂ ਦਾ ਇਸਤੇਮਾਲ ਕਰ ਸਕਦੇ ਹਾਂ ਚੰਗੇ ਤਰੀਕੇ ਨਾਲ ਕਰਾਂਗੇ। ਹੁਣ ਜਿਹੜੀ ਆਪਣੀ ਨਸਲ ਅੱਗੇ ਆਉਣੀ ਹੈ 100-150 ਸਾਲ ਤੋਂ ਬਾਅਦ, ਉਹਨਾਂ ਹੋਰ ਐਡਵਾਂਸ ਟੈਕਨੋਲੋਜੀ ਲੈ ਆਉਣੀ ਹੈ, ਹੋਰ ਸੁੱਖ ਲੈ ਆਉਣੀ। ਪਰ ਇਹ ਪਰਮਾਤਮਾ ਖੁਦ ਨਹੀਂ ਜੀ ਹੈਗਾ, ਇਹ ਪ੍ਰਕਿਰਤੀ ਚੋਂ ਆਪਾਂ ਆਏ ਆ। ਪਰਮਾਤਮਾ ਜਿਹੜਾ ਹੈ ਨਿੱਜਰ ਸਾਹਿਬ, ਪਰਮਾਤਮਾ ਡਾਇਰੈਕਟਲੀ ਕੁਛ ਵੀ ਨਹੀਂ ਜੇ ਕਰਦਾ ਪਿਆ। ਇਹ ਜੋ ਵੀ ਕੁਝ ਹੋਣਾ ਹੈ ਇਹ ਪ੍ਰਕਿਰਤੀ 'ਚ ਹੀ ਹੋਣਾ ਹੈ ਔਰ ਪ੍ਰਕਿਰਤੀ 'ਚ ਹੀ ਖਤਮ ਹੋ ਜਾਣਾ ਹੈ। ਇੱਕੋ ਤਰੀਕਾ ਹੈਗਾ ਕਿ ਇਹ ਜਿਹੜਾ ਆਪਾਂ ਗਤੀ ਕਰ ਰਹੇ ਹਾਂ ਇਹ ਆਪਾਂ ਮਰਜ਼ੀ ਨਾਲ ਕਰ ਰਹੇ ਹਾਂ, ਨਾ ਕਿ ਪਰਮਾਤਮਾ ਨੇ ਸਾਨੂੰ ਧੱਕਾ ਦਿੱਤਾ। ਨਿੱਜਰ ਸਾਹਿਬ ਬਿਲਕੁਲ ਸਹੀ ਹੈ। ਹਾਂ, ਇਹ ਚੀਜ਼ ਕਲੀਅਰ ਕਰ ਦਈਏ। ਇਸ ਗੇਮ ਚੋਂ ਤੁਸੀਂ ਬਾਹਰ ਨਿਕਲਣਾ ਨਹੀਂ ਨਿਕਲਣਾ, ਉਹ ਕੋਈ ਜ਼ਬਰਦਸਤੀ ਵਾਲਾ ਬਿਲਕੁਲ ਸੌਦਾ ਨਹੀਂ, ਉਹ ਤੇ ਚੱਲ ਰਹੀ ਸ੍ਰਿਸ਼ਟੀ। ਪਰ ਬ੍ਰਹਮ ਗਿਆਨੀ ਕੀ ਕਰਦੇ ਆ, 2-4% ਧਰਤੀ ਤੇ ਹੁੰਦੇ ਆ, ਉਹ ਇਹੋ ਮੈਸੇਜ ਦੇ ਕੇ ਗਏ ਆ ਕਿ ਇਹ ਪ੍ਰਪੰਚ ਹੈ, ਤੂੰ ਇਹਨੂੰ ਸੱਚ ਸਮਝ ਲਿਆ, ਇਹ ਸੱਚ ਨਹੀਂ ਹੈ, ਇਹ ਪਰਮਾਤਮਾ ਦਾ ਸੁਪਨਾ ਹੈ। ਤੂੰ ਇੱਥੋਂ ਇਹਨੂੰ ਕੁਇਟ ਕਰ ਸਕਦਾ ਹੈ। ਤੂੰ ਇਸ ਗੇਮ 'ਚ ਲਿਖਿਆ ਨਾ ਨਿੱਜਰ ਸਾਹਿਬ ਕਿ ਬਸ ਮੈਂ ਨਹੀਂ ਖੇਡਣੀ, ਬਿਲਕੁਲ ਸਹੀ ਗੱਲ ਹੈ, ਇਹਨੂੰ ਬੰਦ ਕਰਤੇ, ਇਹ ਤੇਰੀ ਮਰਜ਼ੀ ਆ। ਔਰ ਅਸੀਂ ਤੇ ਜ਼ਬਰਦਸਤੀ ਨਹੀਂ ਕਹਿੰਦੇ ਕਿ ਤੂੰ ਬੰਦ ਕਰ ਦੇ, ਪਰ ਕਹਿੰਦੇ ਜਿੰਨਾ ਤੂੰ ਗੇਮ ਨੂੰ ਖੇਡੇਂਗਾ ਤੂੰ ਦੁਖੀ ਹੁੰਦਾ ਰਹੇਗਾ। ਬਸ ਇਹੀ ਗੱਲ ਗੋਰਖੀ ਸਾਹਿਬ ਸਤਿਗੁਰੂ ਕਹਿੰਦੇ ਆ, ਇਸੇ ਕਰਕੇ ਆਖਰੀ ਲਾਈਨ 'ਚ ਕਹਿੰਦੇ ਆ, ਸਭ ਆਖੋ ਸਤਿਗੁਰ ਵਾਹ ਵਾਹ ਜਿਹਨੇ ਦਾਨ ਹਰ ਨਾਮ ਮੁਖ ਦਿਆ। ਜਿਹਨੇ ਸਤਿਗੁਰੂ ਨੇ ਦੱਸਿਆ ਭਾਈ ਗੇਮ 'ਚੋਂ ਬਾਹਰ ਨਿਕਲਣਾ ਹੈ ਤੇ ਇਸ ਤਰ੍ਹਾਂ ਨਿਕਲ ਸਕਦਾ ਹੈ। ਹਾਂਜੀ ਹਾਂ, ਹੋਰ ਕੋਈ ਤਰੀਕਾ ਨਹੀਂ ਆ। ਔਰ ਉਹ ਤਰੀਕਾ ਕੀ ਆ, ਇੱਕ ਪੰਜਾਬੀ 'ਚ ਕਹਾਵਤ ਆ, ਮਹਾਤਮਾ ਬੁੱਧ ਦੇ ਕੋਲ ਨਾ ਇੱਕ ਸਵਾਲ ਕੀਤਾ ਕਿਸੇ ਨੇ, ਉਹਨਾਂ ਨੂੰ ਨਾ ਉਹ ਆਏ ਤੇ ਉਹ ਕਹਿੰਦੇ ਕਿ ਰੁਮਾਲ ਲਿਆਂਦਾ ਤੇ ਉਹਨਾਂ ਗੰਢ ਮਾਰੀ। ਤੇ ਉਹ ਸਾਰੇ ਵੇਖਣ ਕਿ ਇਹ ਮਹਾਰਾਜ ਕੀ ਲੈ ਕੇ ਆਏ, ਹੱਥ 'ਚ ਰੁਮਾਲ ਫੜਿਆ, ਏਦਾਂ ਦਾ ਕਦੇ ਸੀਨ ਨਹੀਂ ਹੋਇਆ ਸੀ। ਫਿਰ ਕਹਿੰਦੇ ਕੀ ਹੈ, ਦੋਵੇਂ ਤਣੀਆਂ ਫੜ ਲਈਆਂ ਰੁਮਾਲ ਦੀਆਂ, ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਕਿ ਮੈਂ ਇਹ ਗੰਢ ਨੂੰ ਖੋਲਣਾ ਚਾਹੁੰਦਾ, ਕੀ ਤਾਂ ਗੰਢ ਖੁੱਲੇਗੀ? ਉੱਥੋਂ 5-6 ਹੱਥ ਖੜੇ ਹੋ, ਕਹਿੰਦੇ ਨਹੀਂ ਮਹਾਰਾਜ ਇਹ ਤੇ ਟੈਟ ਹੋ ਜਾਣੀ ਹੈ, ਹੋਰ ਮੁਸ਼ਕਿਲ ਹੋ ਜਾਏਗਾ ਕੰਮ। ਤੇ ਇੱਕ ਕਹਿੰਦਾ ਕਿ ਫਿਰ ਕਹਿੰਦੇ ਕਿ ਤੁਸੀਂ ਦੱਸੋ ਕਿ ਇਹਨੂੰ ਕਿੱਦਾਂ ਖੋਲਿਆ ਜਾਵੇ। ਉਹ ਕਹਿੰਦੇ ਜੀ ਸਭ ਤੋਂ ਪਹਿਲਾਂ ਤੇ ਮੈਂ ਇਹ ਗੰਢ ਨੂੰ ਦੇਖਣਾ ਚਾਹੁੰਦਾ। ਨਿੱਜਰ ਸਾਹਿਬ ਬਰੀਕ ਸਵਾਲ ਸੀ ਨਾ। ਉਹ ਕਹਿੰਦੇ ਕਿ ਮੈਂ ਕੋਈ ਐਵੇਂ ਨਹੀਂ ਕਿ ਏਦਾਂ ਖੋਲ ਦੋ, ਏਦਾਂ ਕਹਿੰਦਾ ਸਭ ਤੋਂ ਪਹਿਲਾਂ ਮੈਂ ਐਨਾਲਾਈਜ਼ ਕਰਾਂਗਾ ਕਿ ਗੰਢ ਮਾਰੀ ਕਿੱਦਾਂ। ਫਿਰ ਉਸ ਚੀਜ਼ ਨੂੰ ਮੈਂ ਉਹਦੀ ਮੇਨ ਕਾਰਨ ਨੂੰ ਲੱਭਾਂਗਾ, ਫਿਰ ਜੋ ਸਹੀ ਤਰੀਕਾ ਹੈ ਉਹਦੇ ਅਨੁਸਾਰ ਹੀ ਇਸ ਗੰਢ ਨੂੰ ਖੋਲ ਸਕਾਂਗਾ। ਫਿਰ ਆਖਰ ਤੇ ਉਹ ਕਹਿੰਦੇ ਕਿ ਜੇਕਰ ਇਹ ਗੰਢ ਦੇ ਨਾ ਬੰਨਣ ਦੇ ਨਾਲ ਇਹ ਰੁਮਾਲ ਦੇ ਰੂਪ ਦੇ ਵਿੱਚ ਕੋਈ ਫਰਕ ਪਿਆ ਕੋਈ, ਉਹ ਫਿਰ ਉਹ ਦੂਜਾ ਸਵਾਲ ਉਹ ਕਹਿੰਦੇ ਕਿ ਦੇਖੋ ਮਹਾਰਾਜ ਗੰਢ ਮਾਰਨ ਦੇ ਨਾਲ ਨਾ ਤੇ ਰੁਮਾਲ ਵੱਡਾ ਹੋਇਆ ਤੇ ਨਾ ਇਹਦਾ ਵਜਨ ਘਟਿਆ, ਵਜਨ ਇਹਦਾ ਬਰਾਬਰ ਹੈ, ਕੇਵਲ ਇਹਦੇ ਰੂਪ ਦਾ ਫਰਕ ਪਿਆ ਹੈ। ਗੰਢ ਦਿਖਦੀ ਆ, ਸੱਚ ਵੀ ਹੈਗਾ, ਗੰਢ ਹੈਗੀ ਆ, ਪਰ ਖੁੱਲ ਜੇਗੀ ਤੇ ਗੰਢ ਨਾਮ ਦੀ ਕੋਈ ਚੀਜ਼ ਹੈ ਨਹੀਂ। ਬਿਲਕੁਲ ਇਹੋ ਹਿਸਾਬ ਸਾਡਾ ਹੈ ਨਿੱਜਰ ਸਾਹਿਬ, ਆਪਾਂ ਗੰਢ ਆ, ਰੁਮਾਲ ਤੇ ਗੰਢ ਹੈਗੇ ਦਿਖਦੇ ਆਪਾਂ, ਪਰ ਉਹ ਜਦੋਂ ਗੰਢ ਖੁੱਲ ਜਾਂਦੀ ਹੈ ਅਸਲ 'ਚ ਆਪਾਂ ਹੈ ਵੀ ਨਹੀਂ ਆ। ਬਿਲਕੁਲ ਇਹ ਗੰਢ ਜਿਹੜੀ ਹੈ ਨਾ, ਇਹ ਸਾਧ ਸੰਗਤ ਜੀ ਇਹ ਸਾਡੀ ਆਪਣੀ ਹੈ। ਗੁਰੂ ਬਾਣੀ 'ਚ ਇੱਕ ਬੜੀ ਜ਼ਬਰਦਸਤ ਤੁਕ ਲਿਖੀ ਹੈ, ਕੁਝ ਗੱਲਾਂ ਹੀ ਤੁਸੀਂ ਫੋਲੋ ਕਰ ਲਓ, ਗੱਲ ਤੇ ਸਾਰੀ ਸਿੱਧੀ ਹੋ ਜਾਂਦੀ ਹੈ। ਬਾਣੀ ਕਹਿੰਦੀ ਕਿਰਤ ਕਰਮ ਕੇ ਵਿਛੜੇ। ਨਿੱਜਰ ਸਾਹਿਬ ਬਿਲਕੁਲ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹਾਂ, ਉਹ ਕਹਿੰਦੇ ਕਿ ਕਿਰਤ ਤੇ ਕਰਮ, ਇੱਕ ਮੈਂ ਕਰਮ ਕਰਦਾ ਪਿਆ ਵਾਂ ਤੇ ਇੱਕ ਕਿਰਤ ਹੈ ਮੇਰੀ ਹੁਣ ਕਮਾਈ। ਨਿੱਜਰ ਸਾਹਿਬ ਥੋੜਾ ਜਿਹਾ ਬੋਲੋ। ਕਿਰਤ ਕਰਮ ਜਿਹੜੇ ਹੈਗੇ ਆਪਾਂ ਨੇ ਜਿਹੜੀ ਹੈਗੀ ਕਿਰਤ ਕੀਤੀ ਹੋਈ ਹੈ ਪਹਿਲਾਂ ਜੋ ਕਰਕੇ ਆਏ ਆ, ਤੇ ਉਹ ਆਪਣਾ ਕਾਰਨ ਹੈਗਾ,
ਉਹਦੇ ਕਾਰਨ ਜਿਹੜਾ ਹੈਗਾ ਆ ਅਗਲੀ ਯਾਤਰਾ ਚੱਲ ਰਹੀ ਹੈ ਭਾਈ। ਔਰ ਆ ਹੁਣ ਜਿਹੜਾ ਹੈਗਾ ਆਪਾਂ ਨੂੰ ਇਹ ਯਾਤਰਾ ਤਾਂ ਉਸ ਹਿਸਾਬ ਨਾਲ ਚੱਲਣੀ ਆ। ਅਤੇ ਹੁਣ ਆਪਣੇ ਕੋਲ ਜਿਹੜਾ ਹੈਗਾ ਇੱਕ ਆਪਸ਼ਨ ਵੀ ਹੈਗਾ ਵੀ ਇਹ ਜਿਹੜਾ ਹੈਗਾ ਆਪਾਂ ਹੁਣ ਜਿਹੜੇ ਹੈਗੇ ਇਹਨੂੰ ਆਪਾਂ ਪਿਛਲੇ ਕਿਰਤ ਕਰਮ ਨੂੰ ਖ਼ਤਮ ਵੀ ਕਰ ਸਕਦੇ ਹਾਂ ਔਰ ਅੱਗੇ ਵਾਸਤੇ ਜਿਹੜਾ ਹੈਗਾ ਇਹਨੂੰ ਬੰਦ ਵੀ ਕਰ ਸਕਦੇ ਹਾਂ ਇਸ ਯਾਤਰਾ ਨੂੰ। ਇਹ ਚਾਂਸ ਹੈ ਆਪਣੇ ਕੋਲ। ਹਾਂਜੀ ਵੀਰ ਜੀ। ਹਾਂਜੀ, ਜਿਹੜੇ ਕਰਮ ਆ ਕੁਝ ਕਰਮ ਹੁੰਦੇ ਆਪਾਂ ਖੁਦ ਕਰਦੇ ਆ, ਕੁਝ ਕਰਮ ਜਿਹੜੇ ਪਹਿਲਾਂ ਕੀਤੇ ਹੋਏ ਨੇ ਆਪਾਂ ਕੁਝ ਇਹ ਸੰਚਿਤ ਕਰਮ ਹੁੰਦੇ ਆ। ਪ੍ਰਕਿਰਤੀ ਨੂੰ ਕੋਈ ਜ਼ਬਰਦਸਤੀ ਮਤਲਬ ਨਹੀਂ ਕਰਦੀ ਕਿ ਹੁਣ ਜਿਹੜਾ ਬੰਦਾ ਐਨੇ ਏਦਾਂ ਦੇ ਕੀਤੇ ਤੇ ਉਹਨੂੰ ਫਟਾਕ ਠੋਕ ਦੋ, ਕਿਉਂਕਿ ਪ੍ਰਕਿਰਤੀ ਕੋ ਬੜਾ ਲੰਮਾ ਚੌੜਾ ਹਿਸਾਬ ਹੈ ਨਿੱਜਰ ਸਾਹਿਬ। ਬਿਲਕੁਲ ਬੜਾ ਲੰਮਾ ਚੌੜਾ ਹਿਸਾਬ ਹੈ। ਆਪਾਂ ਨੇ ਤਾਂ ਜਿਹੜਾ ਹੈਗਾ ਸਿਰਫ ਕੀਤੇ ਹੀ ਹੈ ਕਰਮ, ਆਪਾਂ ਨੇ ਭੁਗਤਾਨ ਥੋੜੀ ਨਾ ਕੀਤਾ ਹੈ ਗੁਰਕੀ ਸਾਹਿਬ। ਹਾਂ, ਉਹ ਸਲੋ ਪ੍ਰੋਸੈਸ ਹੈ ਨਿੱਜਰ ਸਾਹਿਬ, ਆਪਣੇ ਆਪ ਹੀ ਚੱਲਦਾ ਰਹਿੰਦਾ ਵਾ। ਹੁਣ ਇੱਥੇ ਇੱਕ ਚੀਜ਼ ਨੂੰ ਸਮਝੀਏ, ਜਿਹੜੇ ਆਪਣੇ ਕਰਮ ਨੇ, ਕਰਮ ਹੀ ਤੇ ਮੇਨ ਪ੍ਰੋਬਲਮ ਹੈ। ਬਿਲਕੁਲ। ਤੇ ਕਿਰਤ ਤੁਹਾਡੀ ਮੇਨ ਪ੍ਰੋਬਲਮ ਹੈ, ਉਹ ਬੜੀ ਵੱਡੀ ਪ੍ਰੋਬਲਮ ਹੈ। ਤੁਸੀਂ ਕਮਾਈ ਕੀ ਲਿਆਂਦੀ ਆ, ਕੀ ਕਰਕੇ ਲਿਆਏ ਜੋ, ਖੱਟਿਆ ਕੀ ਆ। ਹੁਣ ਜਿਹੜਾ ਖੱਟਿਆ ਹੈ, ਜਿਹੜਾ ਮੈਂ ਭੜੋਲਾ ਭਰ ਲਿਆ ਬੈਂਕ 'ਚ ਸੇਵਿੰਗ ਕਰ ਲਿਆ ਨਿੱਜਰ ਸਾਹਿਬ, ਉਹ ਮੇਰੇ ਨਾਂ ਤੇ ਬੋਲੀ ਜਾਣਾ। ਬਿਲਕੁਲ। ਉਹ ਖਾਤਾ ਚਰਨਜੀਤ ਸਿੰਘ ਦੇ ਨਾਂ ਤੇ ਪੈਸੇ ਜਮਾ ਜੀ, ਕਾਗਜ਼ਾਂ ਤੇ ਉਹ ਖਤਮ ਨਹੀਂ ਹੋਣਾ, ਉਹਨੂੰ ਖਾਣਾ ਪੈਣਾ ਸੇਵਿੰਗ ਨੂੰ। ਸੋ ਉਹਨੂੰ ਖਾਣ ਦਾ ਵੀ ਤਰੀਕਾ ਹੈਗਾ, ਉਹਨੂੰ ਭੋਗ ਲਓ। ਔਰ ਫਿਰ ਹੋਰ ਕੀ ਕੀਤਾ ਜਾਵੇ, ਉਹ ਕਮ ਸੇ ਕਮ ਜਿਹੜੇ ਨਵੇਂ ਕਰ ਰਹੇ ਆ ਉਹ ਬੰਦ ਕਰ ਦੋ। ਅਦਰਵਾਈਜ਼ ਭੜੋਲਾ ਤੇ ਖਾਲੀ ਨਹੀਂ ਹੋਣਾ ਨਿੱਜਰ ਸਾਹਿਬ, ਨਹੀਂ ਹੋਣਾ ਜੀ। ਬਾਣੀ ਇਹੋ ਕਹਿ ਰਹੀ ਆ, ਕਹਿੰਦੀ ਛੱਡ ਖੜਾ ਪੁਰਾਣੇ ਦੀ ਤੇ ਹੁਣ ਕੁਝ ਕਰ ਹੀ ਨਹੀਂ ਸਕਦੇ। ਪਰ ਇਹ ਜਿਹੜਾ ਕਲਯੁਗ ਹੈ ਨਾ, ਦੇਖੋ ਕਲਯੁਗ 'ਚ ਬੜੀ ਇੱਕ ਸਿਟਿੰਗ ਹੈਗੀ ਆ, ਸੈਟਿੰਗ ਏਦਾਂ ਦੀ ਆ ਕਿ ਤੁਸੀਂ ਬਹੁਤ ਛੇਤੀ ਕਰਮਾਂ ਨੂੰ ਖਾ ਸਕਦੇ ਜੋ, ਮਾੜੇ ਕਰਮਾਂ ਨੂੰ। ਔਰ ਇੱਕ ਚੀਜ਼ ਹੋ ਰਿਹਾ ਗੁਰਕੀ ਸਾਹਿਬ, ਦੇਖੋ ਬਾਣੀ ਕਹਿੰਦੀ ਹੈ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਧਿਆਨ ਸਿਮਰਨ ਕਰ ਲਾ ਤੇ ਸਾਰਾ ਹੀ ਖਾਤਾ ਹੀ ਜ਼ੀਰੋ ਕਰ ਸਕਦਾ। ਹਾਂ, ਉਹ ਵੀ ਇੱਕ ਉਹ ਨਿੱਜਰ ਸਾਹਿਬ ਉਹ ਤਾਂ ਬੈਸਟ ਆਪਸ਼ਨ ਹੈ। ਔਰ ਕਲਯੁਗ ਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਚਾਹੀਦਾ। ਤੁਸੀਂ ਇਸ ਜੀਵਨ ਦੇ ਵਿੱਚ ਵੀ ਬਿਨਾਂ ਭੋਗਿਆਂ ਹੀ ਮੁਕਤ ਹੋ ਸਕਦੇ। ਬਿਲਕੁਲ ਬਿਲਕੁਲ ਸਹੀ ਗੱਲ। ਐਡਾ ਜ਼ਬਰਦਸਤ ਟਾਈਮ ਹੈ। ਆਪਾਂ ਦੇਖੋ ਮੇਰੀ ਸ਼ਕਲ, ਮੈਂ ਕੋਈ ਬੜਾ ਵੱਡਾ ਸੰਤ ਹੈਗਾ, ਪਰ ਮੈਂ ਦੇਖੋ ਆਪਾਂ ਚਲੋ ਆਪਣੇ ਬਾਰੇ ਮੈਂ ਦੱਸਦਾ, ਜੋ ਮੇਰਾ ਪਹਿਲਾਂ ਦਾ ਜੀਵਨ ਸੀ, ਮੇਰਾ ਜੀਵਨ ਬਹੁਤ ਚੰਗਾ ਹੋ ਗਿਆ। ਅੱਜ ਆਪਾਂ ਇਕੱਠੇ ਕਿਸ ਲਈ ਆ? ਇਸੇ ਲਈ, ਤੁਹਾਡੇ ਲਈ। ਹੋਰ ਇੱਥੇ ਮੈਨੂੰ ਕੋਈ ਲੋੜ ਹੈ? ਮੈਂ ਤੁਹਾਡੇ ਤੋਂ ਕਿਤੇ ਪੈਸੇ ਮੰਗੇ ਕਿ ਪੈਸੇ ਦੋਗੇ ਮੇਰੇ ਘਰ ਦਾ ਖਰਚਾ ਚਲਾਓ, ਜਾਂ ਇੱਥੇ ਮੈਂ ਕੋਈ ਮੰਦਿਰ ਜਾਂ ਗੁਰਦੁਆਰਾ ਬਣਾਉਣਾ? ਨਹੀਂ ਲੋੜ। ਕੇਵਲ ਤੁਹਾਡੇ ਨਾਲ ਇਸੇ ਵਿਚਾਰ ਲਈ ਆਪਾਂ ਬੈਠੇ ਹਾਂ ਕਿ ਜਿਹੜੀ ਜ਼ਿੰਦਗੀ ਨੂੰ ਮੈਂ ਬਤੀਤ ਕਰ ਰਿਹਾ, ਜੋ ਸੁੱਖ, ਜੋ ਮੇਰਾ ਥੋੜਾ ਬਹੁਤਾ, ਜਿਹਨੂੰ ਵੀ ਚਲੋ ਮੈਨੂੰ ਦੁੱਖੀ ਤਿੱਕੀ ਜੋ ਵੀ ਰੱਬ ਨੇ ਦਿੱਤਾ, ਕਿ ਇਹ ਜੀਵਨ ਹੈ, ਇਹਨੂੰ ਆਪਾਂ ਕਿਸੇ ਸਾਈਡ ਤੇ ਲਾ ਦਈਏ। ਔਰ ਉਸ ਚੀਜ਼ ਨੂੰ ਕੇਵਲ ਆਪਾਂ ਗੱਲਾਂ ਨਹੀਂ ਕਰ ਰਹੇ, ਔਰ ਤੁਸੀਂ ਉਹਦਾ ਪ੍ਰਤੱਖ ਪ੍ਰਮਾਣ ਨਿੱਜਰ ਸਾਹਿਬ ਆਪਣੇ ਜੀਵਨ 'ਚ ਵੀ ਦੇਖ ਰਹੇ ਹੋ। ਬਿਲਕੁਲ ਦੇਖ ਰਹੇ ਹਾਂ ਗੁਰਕੀ ਸਾਹਿਬ, ਬਿਲਕੁਲ ਦੇਖ ਰਹੇ ਹਾਂ। ਮੈਂ ਨਹੀਂ ਕਹਿਣ ਦਿਆ, ਮੈਂ ਬਾਣੀ 'ਚ ਤੁਹਾਨੂੰ ਇਹੋ ਕਹਿੰਦਾ ਕਿ ਖਾ ਕੇ ਤੇ ਕਮ ਸੇ ਕਮ ਕਲੇਮ ਕਰੋ ਨਾ, ਹਾਂ ਬਈ ਇਹ ਮਿੱਠਾ ਵਾ, ਇਹ ਮੈਂ ਖਾਧਾ ਸੀ, ਮੇਰੇ ਜੀਵਨ 'ਚ ਕੀ ਹੋਇਆ। ਬਿਲਕੁਲ ਗੁਰਕੀ ਸਾਹਿਬ, ਜਿਹੜਾ ਹੈਗਾ ਜ਼ਮੀਨ ਅਸਮਾਨ ਦਾ ਫਰਕ ਹੈ ਗੁਰਕੀ ਸਾਹਿਬ। ਹਾਂ, ਤੇ ਮੈਂ ਤਾਂ ਕਹਿੰਦਾ ਕਿ ਮੀਂਹ ਅੱਜ ਪਿਆ ਤੇ ਚਿੱਕੜੇ ਨਾ ਹੋਏ ਯਾਰ, ਗੱਲ ਹੀ ਨਹੀਂ ਬਣਦੀ। ਹੁਣ ਵੀਰ ਨੇ ਇੱਕ ਸਵਾਲ ਕਰ ਦਿੱਤਾ, ਮੈਨੂੰ ਮਹਿਸੂਸ ਹੋਇਆ ਕਿ ਯਾਰ ਇੰਨਾ ਤੂੰ ਇੱਥੇ ਗਿਆਨ ਸਾਡਾ ਸੁਣਿਆ, ਇੰਨੀਆਂ ਗੱਲਾਂ ਚੱਲੀਆਂ, ਤੈਨੂੰ ਨਹੀਂ ਪਤਾ ਲੱਗਾ ਬੰਦੇ ਕਿਹੜੇ ਸਟੇਸ਼ਨ ਤੋਂ ਬੋਲਣ ਦੇ? ਇੱਕ ਬੰਦੇ ਕੇਵਲ ਕਿਤਾਬੀ ਕੀੜੇ ਆ ਜਿਹਨਾਂ ਦੇ ਪੱਲੇ ਵੀ ਕੁਛ ਹੈਗਾ। ਕਮ ਸੇ ਕਮ ਸਿਆਣਾ ਪੈਣਾ ਵਾ, ਥੋੜਾ ਜਿਹਾ ਵਿਚਾਰ ਕਰ। ਇੱਥੇ ਬਾਣੀ ਦੇ ਵਿੱਚ ਇੱਕ ਚੀਜ਼ ਕਹੀ ਆ ਕਿ ਜਿੱਦਣ ਤੇਰੀ ਚਿੱਤ ਦੇ ਵਿੱਚ ਗੰਦਗੀ ਜਿਹੜੀ ਘਟਣੀ ਸ਼ੁਰੂ ਹੋ ਗਈ ਨਾ, ਤੇਰੀ ਅੱਖਾਂ ਦੀ ਸੋਚ, ਦੇਖੋ ਲੋਕੀ ਕਹਿੰਦੇ ਨਾ ਕਿ ਉਹ ਮੈਂ ਇੰਜ ਕਰ ਲੂੰ, ਮੈਂ ਇੰਜ ਕਰ ਲੂੰ, ਉਹ ਨਹੀਂ ਕੁਛ ਕਰਨ ਦੀ ਲੋੜ ਹੈ। ਜਦੋਂ ਤੁਹਾਡੇ ਅੰਦਰ, ਤੁਹਾਡੇ ਹਿਰਦੇ ਦੇ ਵਿੱਚ ਪਰਿਵਰਤਨ ਹੋਇਆ ਨਾ ਨਿੱਜਰ ਸਾਹਿਬ, ਇਹ ਜਿਹੜੀ ਮਲੀਨਤਾ ਹੈ ਨਾ ਅੱਖਾਂ ਦੇ ਵਿੱਚ, ਜਿਹੜੀ ਕੰਨਾਂ 'ਚ ਮਲੀਨਤਾ ਹੈ, ਜਿਹੜੀ ਮੂੰਹ 'ਚ ਮਲੀਨਤਾ ਹੈ, ਇਸ ਨਾਸਾਂ 'ਚ ਮਲੀਨਤਾ ਹੈ ਨਿੱਜਰ ਸਾਹਿਬ, ਇਹ ਸਭ ਦੂਰ ਹੋਣੀ ਸ਼ੁਰੂ ਹੋ ਜਾਏਗੀ। ਬਿਲਕੁਲ ਬਿਲਕੁਲ ਠੀਕ ਹੈ ਜੀ। ਹੋਰ ਕੋਈ ਸਬੂਤ ਨਹੀਂ ਜੇ। ਕਿੱਥੋਂ ਕਹਿ ਲਓਗੇ ਤੁਹਾਨੂੰ ਰੱਬ ਦੇ ਦਰਸ਼ਨ ਹੋਏ? ਰੱਬ ਦੇ ਦਰਸ਼ਨ ਨਹੀਂ ਜੋ ਹੋਣੇ, ਤਾਂ ਤੁਹਾਨੂੰ ਦਰਸ਼ਨ ਹੋਣੇ ਆ ਆਪਣੀ ਜਿਹੜੇ ਸਾਡੇ ਔਗਣ ਹੈ ਨਿੱਜਰ ਸਾਹਿਬ, ਉਹਨਾਂ ਦੇ ਤੁਹਾਨੂੰ ਪਤਾ ਲੱਗਣਾ। ਪੈਰਾਮੀਟਰ ਹੀ ਇੱਕੋ। ਬਿਲਕੁਲ। ਕਬੀਰ ਸਾਹਿਬ ਵੀ ਇਸੇ ਗੱਲ ਨੂੰ ਗੱਲ ਕਰਦੇ ਨੇ। ਹੁਣ ਇਹਨਾਂ ਨੇ ਬਾਣੀ ਪੜ੍ਹੀ ਨਹੀਂ ਆ, ਉਹ ਕਹਿੰਦੇ ਆ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਉਹ ਕਹਿੰਦੇ ਮਨ ਨਿਰਮਲ ਹੋ ਗਿਆ। ਉਹ ਮਨ ਜਿਹੜਾ
ਜਿਹੜਾ ਲੋਡਡ ਸੀ, ਪਤਾ ਨਹੀਂ ਉਹਦੇ ਅੰਦਰ ਕੀ ਚੱਲ ਰਿਹਾ ਸੀ। ਹੁਣ ਤੇ ਨਿੱਜਰ ਸਾਹਿਬ ਉਹ ਕਹਿੰਦੇ ਉਹ ਨਿਰਮਲ ਹੋ ਗਿਆ, ਸਾਫ਼ ਹੋ ਗਿਆ। ਔਰ ਮੈਨੂੰ ਹੁਣ ਫਿਰ ਕੀ ਉਹ ਸਾਫ਼ ਹੋਣ ਦੇ ਨਾਲ ਕੀ ਹੋ ਗਿਆ ਕਿ ਜਿਹੜਾ ਮੈਨੂੰ ਪ੍ਰਮਾਤਮਾ ਕਦੇ ਦੇਤਾ ਨਹੀਂ ਹੈ ਨਾ, ਉਹ ਸਾਰੀ ਜਗ੍ਹਾ ਤੇ ਦਿਖਾਈ ਦੇ ਰਿਹਾ। ਉਹਦਾ ਸੂਖਮ ਰੂਪ, ਕਿਉਂਕਿ ਉਹ ਕਈ ਰੂਪਾਂ ਚ ਪ੍ਰਗਟ ਹੈ ਨਿੱਜਰ ਸਾਹਿਬ। ਹੁਣ ਬੰਦਾ ਵੇਖੋ, ਗੁਰੂਆਂ ਨੇ ਕਿਤੇ ਕਿਸੇ ਮਾੜੇ ਬੰਦੇ ਨੂੰ ਮਾੜਾ ਨਹੀਂ ਕਿਹਾ, ਦੇਖਿਆ ਕਿਤੇ ਨਿੱਜਰ ਸਾਹਿਬ ਨਾ। ਉੱਥੇ ਤਰਸ ਆਇਆ ਉਹਨਾਂ ਨੂੰ ਕਿ ਵੇਖ ਵਿਚਾਰਾ ਪਤਾ ਨਹੀਂ ਕੀ ਕਰ ਰਿਹਾ, ਇਹਨੂੰ ਪਤਾ ਨਹੀਂ ਲੱਗਣ ਦਿਆ, ਕੋਈ ਗਲਤ ਚੀਜ਼ ਇਕੱਠੀ ਕਰ ਰਿਹਾ। ਹੁਣ ਤੁਸੀਂ ਇੱਕ ਬੰਦਾ ਵਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਪਰ ਗੱਲ ਇਸ ਤੋਂ ਬਿਨਾਂ ਕੰਪਲੀਟ ਨਹੀਂ ਹੋ ਸਕਦੀ ਕਿ ਇੱਕ ਬੰਦਾ ਜਿਹੜਾ ਸੋਹਣੇ ਦੇ ਬਿਸਕੁਟ ਲੱਦ ਰਿਹਾ, ਆਪਣੀ ਕਿਸ਼ਤੀ ਦੇ ਵਿੱਚ ਹੀਰੇ ਲੱਦ ਰਿਹਾ, ਤੁਸੀਂ ਉਹਨੂੰ ਸਿਆਣਾ ਕਹੋਗੇ? ਤੁਸੀਂ ਕਹੋਗੇ ਵਿਚਾਰੇ ਨੂੰ ਪਤਾ ਨਹੀਂ ਹੈ, ਇਹਨੇ ਡੁੱਬ ਜਾਣਾ। ਉਹ ਹਿਸਾਬ ਗੁਰੂ ਕਹਿੰਦੇ ਨੇ ਕਿ ਜੇ ਕੋਈ ਮਾੜਾ ਕਰਮ ਕਰਦਾ ਉਹਨੂੰ ਕਹਿੰਦੇ ਕਿ ਵਿਚਾਰੇ ਨੂੰ ਪਤਾ ਨਹੀਂ ਹੈ ਕਿ ਇਹ ਮਤਲਬ ਇੱਕ ਐਸੇ ਰਸਤੇ ਤੇ ਚੱਲ ਪਿਆ ਹੈ ਜਿਹਦਾ ਰਿਜ਼ਲਟ ਚੰਗਾ ਨਹੀਂ। ਹਾਂਜੀ, ਅੱਗੇ ਪਲੀਜ਼ ਆ ਜਾਓ ਆਪ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰੇ ਸੋ ਥੀਆ, ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਜੀਆਂ। ਅਣਮੰਗਿਆ ਦਾਨ ਮਾਲਕ ਪਰਮਾਤਮਾ, ਕਿਉਂਕਿ ਮਾਲਕ ਨੇ ਭੇਜਿਆ ਹੈ ਆਪਾਂ ਨੂੰ, ਹਰੇਕ ਜੀਵ ਨੂੰ। ਆਪਾਂ ਨੂੰ ਕੀ, ਮਨੁੱਖ ਚੂਨ ਕੀ ਜਿੰਨੀਆਂ 84 ਲੱਖ ਜੂਨਾਂ ਹੈਗੀਆਂ, ਮਾਲਕ ਨੇ ਸਾਰਿਆਂ ਨੂੰ ਭੇਜਿਆ ਹੈ। ਔਰ ਸਾਰਿਆਂ ਨੂੰ ਉਹਨੇ ਮਾਲਕ ਨੇ ਜਿੰਨੀ ਕੁ ਉਮਰ ਬਖਸ਼ੀ ਆ, ਜਿੰਨੀ ਉਮਰ ਜਿੰਨੇ ਸਵਾਸ ਦਿੱਤੇ ਆ, ਇਹ ਉਹਦੀ ਜ਼ਿੰਮੇਵਾਰੀ ਹੈਗੀ ਆ। ਉਹਨੇ ਦਾਨ ਦੇਣਾ ਹੀ ਦੇਣਾ ਹੈ, ਸਾਰਿਆਂ ਨੂੰ ਅਣਮੰਗਿਆ ਦੇਣਾ ਹੈ ਉਹਨੇ, ਬਗੈਰ ਮੰਗੇ। ਬਸ ਇੱਕੋ ਚੀਜ਼ ਹੈਗੀ ਆ ਜਿਹੜੀ ਉਹ ਨਹੀਂ ਦਿੰਦਾ, ਉਹ ਸਤਿਗੁਰੂ ਦੇ ਥਰੂ ਦਿੰਦਾ, ਉਹ ਡਿਮਾਂਡ 'ਤੇ ਦਿੰਦਾ ਹੈ। ਸਭ ਆਖੋ ਸਤਿਗੁਰੂ ਵਾਹ ਵਾਹ, ਜਿਨ ਦਾਨ ਹਰ ਨਾਮ ਮੁਖ ਦੀਆ। ਬਸ ਆ ਹੈਗਾ ਭਾਈ ਇਹ ਦਾਨ, ਔਰ ਸਾਰੇ ਦਾਨਾਂ ਤੋਂ ਮੁਖੀ ਦਾਨ ਆ ਦਾਨ ਦਿੱਤਾ ਹੈ ਭਾਈ। ਸਭ ਆਖੋ ਸਤਿਗੁਰੂ ਵਾਹ ਵਾਹ, ਜਿਨ ਦਾਨ ਹਰ ਨਾਮ ਮੁਖ ਦੀਆ। ਇਹ ਦਾਨ ਹੈਗਾ, ਇਹ ਦਾਨ ਮਾਲਕ ਪਰਮਾਤਮਾ ਜਿਹੜਾ ਹੈਗਾ ਡਿਮਾਂਡ 'ਤੇ ਦਿੰਦਾ ਹੈ। ਜ਼ਰੂਰ ਜਦ ਆਪਾਂ ਇਸ ਦੀ ਮੰਗ ਕਰਦੇ ਹਾਂ ਆਪਣੇ ਅੰਦਰ, ਮਾਲਕ ਦੇਖਦਾ ਵੀ ਇਹ ਨਿਕਲਣਾ ਚਾਹੁੰਦਾ ਹੈ ਗੇਮ ਤੋਂ। ਮਾਲਕ ਇਹ ਗੇਮ ਨੂੰ ਤਾਂ ਦੇਖ ਰਿਹਾ, ਖੇਡ ਤਾਂ ਮਾਲਕ ਨੇ ਬਿਸਾਤ ਵਿਛਾਈ ਹੋਈ ਹੈ। ਸਾਰੀ ਬਿਸਾਤ ਜਿਹੜੀ ਹੈਗੀ, ਗੋਟੀਆਂ ਚੱਲ ਰਹੀਆਂ ਸਾਰੀਆਂ, ਜਿੱਧਰ ਜਿੱਧਰ ਜਾਣੀ ਚਾਹੁੰਦੀਆਂ ਮਾਲਕ ਰੱਖੀ ਜਾ ਰਿਹਾ, ਔਰ ਦੇਖਦਾ ਹੈ ਕਿ ਕਿਹੜੀ ਗੋਟੀ ਜਿਹੜੀ ਹੈਗੀ ਆ ਉਹ ਨਿਕਲਣਾ ਚਾਹੁੰਦੀ ਹੈ। ਬਸ ਉਹਨੂੰ ਆਹ ਸਤਿਗੁਰੂ ਮਿਲਾ ਦਿੰਦਾ ਹੈ, ਆਹ ਦਾਨ ਦੇ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਤੇ ਨਜ਼ਰ ਮਾਰੋ, ਜੇਕਰ ਤੁਸੀਂ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਦੇਖ ਪਾ ਰਹੇ, ਇਹਦਾ ਮਤਲਬ ਆ ਸਾਨੂੰ ਆਪਣੇ ਹੁਣ ਜੋ ਆਪਾਂ ਕਰ ਰਹੇ ਹਾਂ ਉਹਨੂੰ ਦੇਖਣ ਦੀ ਲੋੜ ਹੈ। ਕਿਉਂਕਿ ਜੋ ਤੁਸੀਂ ਕਰ ਰਹੇ ਜੋ ਆਊਟਪੁੱਟ ਉਹੀ ਨਿਕਲਣਾ ਹੈ ਜਿਹੜਾ ਆਲਰੇਡੀ ਨਿੱਜਰ ਸਾਹਿਬ ਪਹਿਲਾਂ ਨਿਕਲ ਰਿਹਾ। ਬਿਲਕੁਲ, ਜਿੱਥੇ ਸਵਾਸ ਲਗਾ ਰਹੇ ਆਊਟਪੁੱਟ ਉੱਥੋਂ ਹੀ ਆਉਣੀ ਆ ਗੁਰਕੀ ਸਾਹਿਬ। ਹਾਂ, ਤੇ ਹੁਣ ਜਿਹੜਾ ਕੰਮ ਮੈਂ ਹੁਣ ਕਰ ਰਿਹਾ, ਮੈਂ ਰਕਸ਼ਾ ਚਲਾਉਂਦਾ, ਮੇਰਾ 200-250 ਰੁਪਏ ਮਤਲਬ 300 ਰੁਪਏ ਦਿਹਾੜੀ ਬਣ ਜਾਂਦੀ ਹੈ। ਹੁਣ ਮੈਂ ਕੱਲ ਨੂੰ 10-20 ਸਾਲ ਤੱਕ ਵੀ ਰਕਸ਼ਾ ਚਲਾਈ ਜਾਵਾਂ ਤੇ ਨਿੱਜਰ ਸਾਹਿਬ ਉਹ ਉੱਥੇ ਚਮਤਕਾਰ ਤੇ ਹੋਣਾ ਨਹੀਂ ਨਾ। ਚਮਤਕਾਰ ਮੇਰੇ ਹੱਥ 'ਚ ਹੈ, ਮੈਨੂੰ ਫੀਲਡ ਚੇਂਜ ਕਰਨੀ ਪਊਗੀ। ਪਹਿਲਾਂ ਵੇਖਣਾ ਪਊਗਾ ਕਿ ਮੈਨੂੰ ਰਿਕੁਆਇਰਮੈਂਟ ਕਿੰਨੀ, ਖਰਚਾ ਕਿੰਨਾ ਚਾਹੀਦਾ, ਫਿਰ ਉਸ ਹਿਸਾਬ ਨਾਲ ਨਹੀਂ ਕੰਮ ਆਉਂਦਾ ਤੇ ਮੈਂ ਕੰਮ ਸਿੱਖਾਂ। ਸੋ ਇੱਥੇ ਬਾਣੀ ਵੀ ਉਹ ਕਹਿੰਦੀ ਆ ਕਿ ਜੇ ਤੂੰ ਆਪਣੇ ਮਾਰਗ ਨੂੰ ਨਹੀਂ ਦੇਖਦਾ, ਤੂੰ ਆਊਟਪੁੱਟ ਨਹੀਂ ਦੇਖਦਾ, ਤੇ ਫਿਰ ਆਊਟਪੁੱਟ ਇਹੋ ਨਿਕਲਣੀ ਹੈ ਕਿਉਂਕਿ ਜਿਹੜੀ ਤੇਰੀ ਮਸ਼ੀਨ ਹੈ ਉਹਦੀ ਕਪੈਸਿਟੀ ਇੰਨੀ ਹੈ। ਬਸ ਬਿਲਕੁਲ ਸਹੀ ਗੱਲ ਹੈ, ਐਵੇਂ ਹੀ ਚਲੇ ਜਾਣਾ ਜੀਵਨ, ਪਤਾ ਵੀ ਨਹੀਂ ਲੱਗਣਾ, ਐਂਡ ਆ ਜਾਣਾ ਆਖਰੀ ਸਵਾਸ। ਹਾਂ, ਮੁੜ ਕੇ ਤੂੰ ਬੰਗਲੇ ਵਾਂਗੂ ਸੋਚੇ ਕਿ ਛੱਡਣ ਲਈ ਮੈਜਿਕ ਹੋ ਜਾਏ, ਜਿੱਦਾਂ ਫਿਲਮਾਂ 'ਚ ਹੁੰਦਾ, ਦੇਵੀ ਦੇਵਤੇ ਸਿਰ ਤੇ ਹੱਥ ਰੱਖਦੇ, ਚੱਕਰੀ ਚੱਲਦੀ, ਇਹ ਉਹ ਏਦਾਂ ਦੀਆਂ ਗੱਲਾਂ, ਤੇ ਉਹ ਨਹੀਂ ਜੋ ਕੰਮ ਹੋਣਾ ਨਾ। ਇੱਥੇ ਤੁਸੀਂ ਜੋ ਕਰੋਗੇ ਉਹੀ ਹੋਣਾ, ਨਹੀਂ ਕਰੋਗੇ ਤੇ ਕੁਛ ਵੀ ਨਹੀਂ ਹੋਣਾ, ਤੁਹਾਡਾ ਬੂਹਾ ਵੀ ਨਹੀਂ ਖੁੱਲਣਾ ਨਾ। ਇੱਥੇ ਪੱਖਾ ਵੀ ਤੁਹਾਡਾ ਤੁਹਾਨੂੰ ਔਨ ਕਰਨਾ ਪੈਣਾ ਨਿੱਜਰ ਸਾਹਿਬ, ਲਾਈਟ ਵੀ ਔਨ ਹੀ ਕਰਨੀ ਪੈਣੀ ਆ, ਆਪਣੇ ਆਪ ਨਹੀਂ ਜੋ ਔਨ ਹੋਣੀ ਨਾ ਨਾ ਨਾ, ਬਿਲਕੁਲ ਨਹੀਂ ਹੋਣੀ। ਹਾਂ, ਇਹ ਸੋ ਕੁਝ ਗੱਲਾਂ ਹੈਗੀਆਂ, ਉਹ ਤੁਹਾਨੂੰ ਉਹਦਾ ਧਿਆਨ ਦੇਣ ਦੀ ਲੋੜ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ, ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ, ਕੋਸ਼ਿਸ਼। ਹਾਂਜੀ ਵੀਰ ਜੀ। ਹਾਂਜੀ ਸਰ। ਇੱਕ 95ਵੇਂ ਪਾਤਸ਼ਾਹ ਦਾ ਸ਼ਬਦ ਆ ਜੀ ਕਿ ਪ੍ਰਭੂ ਦੇ ਦਰਸ਼ਨ ਕਿਸ ਤਰ੍ਹਾਂ ਕਰਨੇ ਆ ਜੀ। ਉਹ ਕਹਿੰਦੇ ਆ, ਆਨੰਦੋ ਆਨੰਦ ਭਇਆ ਮੈਂ ਹਰ ਪ੍ਰਭ ਡੀਠਾ ਰਾਮ, ਚਾਖੜਿਆ ਚਾਖੜਿਆ ਮੈਂ ਹਰ ਰਸ ਮੀਠਾ ਰਾਮ। ਮਤਲਬ ਪ੍ਰਭੂ ਦੇ ਦਰਸ਼ਨ ਜਦੋਂ ਆਨੰਦੋ ਆਨੰਦ ਪਿਆ, ਆਨੰਦ ਹੀ ਆਨੰਦ ਹੋ ਜਾਵੇ ਜੀ, ਤੇ ਉਹ ਸਮਝੋ ਕਿ ਪ੍ਰਭੂ ਦੇ ਦਰਸ਼ਨ ਉਹੀ ਆ ਜੀ। ਤੇ ਚਾਖੜਿਆ ਚਾਖੜਿਆ ਮੈਂ ਹਰ ਰਸ ਮਿੱਠਾ ਰਾਮ, ਜਦੋਂ ਮਤਲਬ ਹਰ ਰਸ ਦਾ ਮਿੱਠਾ ਲੱਗ ਜਾਂਦਾ,
ਨਸ਼ਾ ਆ ਜਾਂਦਾ। ਇਸ ਤਰ੍ਹਾਂ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਤੇ ਉਹ ਮਤਲਬ ਸਮਝ ਲਓ ਕਿ ਤੁਸੀਂ ਉਹਦਾ ਜੋ ਅੰਮ੍ਰਿਤ ਹੈਗਾ ਉਹ ਛਕ ਲਿਆ। ਹਾਂਜੀ ਗਿੱਲ ਸਾਹਿਬ, ਪਤਾ ਕੀ ਹੈ ਕਿ ਦੇਖੋ, ਇਹ ਹਾਂਜੀ ਜਿਹੜਾ ਆਨੰਦ ਵਾਲੀ ਅਵਸਥਾ ਹੈ ਨਾ, ਦੇਖੋ ਇਹ ਤੁਹਾਡੇ ਔਗਣ ਖਤਮ ਹੋਣ ਤੋਂ ਬਾਅਦ ਹੀ ਬਣਨੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਰਮਾਤਮਾ ਵੀ ਉਦੋਂ ਹੀ ਮਿਲਣਾ ਹੈ। ਗੁਰਕੀ ਦੇਖੋ ਉਹ ਗੱਲ, ਆ ਕਬੀਰ ਸਾਹਿਬ ਦੀ ਗੱਲ ਨੂੰ ਫੜੋ। ਕਬੀਰ ਸਾਹਿਬ ਕੀ ਕਹਿ ਰਹੇ ਨੇ, ਆਪ ਪਲੀਜ਼ ਫਿਰ ਅੰਡਰਸਟੈਂਡ ਕਰੋ ਗੱਲ ਨੂੰ। ਕੱਲ ਉਹਨਾਂ ਨੇ ਸਵਾਲ ਦੇ ਵਿੱਚ ਹੀ ਜਵਾਬ ਦਿੱਤਾ ਹੁੰਦਾ, ਕਹਿੰਦੇ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ। ਬਿਲਕੁਲ। ਉਸ ਤੋਂ ਬਾਅਦ ਪ੍ਰਭ ਆਇਆ। ਹਾਂ ਬਿਲਕੁਲ। ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਪਹਿਲਾਂ ਉਹਨਾਂ ਨੇ ਡਿਮਾਂਡ ਪੂਰੀ ਕੀਤੀ ਹੈ ਨਿੱਜਰ ਸਾਹਿਬ। ਉਹ ਕਹਿੰਦੇ ਆ ਪੱਖੇ ਦੀ, ਏਸੀ ਦੀ ਹਵਾ ਤੈਨੂੰ ਤਾਂ ਲੱਗੂਗੀ ਪਹਿਲਾਂ ਜਿਹੜੀਆਂ ਰਿਕੁਆਇਰਮੈਂਟਾਂ ਨੇ। ਇੱਕ ਤੇ ਤੁਹਾਡੇ ਘਰ ਬੱਤੀ ਹੋਣੀ ਜ਼ਰੂਰੀ ਹੈ ਨਿੱਜਰ ਸਾਹਿਬ। ਉਸ ਤੋਂ ਬਾਅਦ ਤੁਹਾਡੇ ਘਰ ਏਸੀ ਵੀ ਹੈ, ਤੇ ਏਸੀ ਦਾ ਸਰਕਟ ਹੈ, ਸੁੱਚ ਸੱਚ ਵਾਇਰਿੰਗ ਵੂਰਿੰਗ ਸਾਰੀ ਕਰੋਗੇ, ਫਿਰ ਸੁੱਚ ਛੱਡੋਗੇ ਤੇ ਨਿੱਜਰ ਸਾਹਿਬ ਹਵਾ ਆਉਣੀ ਹੈ। ਬਿਲਕੁਲ ਆਉਣੀ। ਭਗਵਾਨ ਵੀ ਆਉਣਗੇ, ਪਰ ਭਗਵਾਨ ਫ੍ਰੀ ਚ ਨਹੀਂ ਆਉਂਦੇ। ਹੁਣ ਏਸੀ ਦਾ ਤੁਸੀਂ ਏਸੀ ਵੀ ਲਾ ਲਿਆ, ਸੁੱਚ ਵੀ ਲਾ ਲਿਆ, ਪਰ ਸਪਲਾਈ ਨਹੀਂ ਆ ਰਹੀ। ਹਵਾ ਕਿੱਥੋਂ ਆਵੇ? ਬਿਲਕੁਲ। ਹੁਣ ਇਹੋ ਗੱਲ ਇੱਥੇ ਰੱਬ ਦੀ ਗੱਲ ਚੱਲਦੀ ਆ ਕਿ ਰੱਬ ਆਉਂਦਾ ਹੈ, ਪਰ ਉਹਨੂੰ ਲਿਆਉਣ ਦਾ ਤਰੀਕਾ ਹੈ, ਤੁਹਾਨੂੰ ਭਗਤੀ ਕਰਨੀ ਪੈਣੀ ਆ। ਭਗਤੀ ਕਰੋਗੇ, ਧਿਆਨ ਸਿਮਰਨ ਕਰੋਗੇ, ਫਿਰ ਸਾਰਾ ਕੁਝ ਜੋ ਕੰਪੋਨੈਂਟ ਹੈਗੇ ਨੇ ਉਹ ਪੂਰੇ ਹੋ ਜਾਣੇ ਆ। ਕੰਪੋਨੈਂਟ ਕਾਹਦੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹੋ ਤੇ ਰੁਕਾਵਟ ਹੈ। ਇਹੀ ਰੁਕਾਵਟ ਆ। ਤਾਂ ਜਦੋਂ ਤੁਸੀਂ ਉਹਨਾਂ ਨੂੰ ਸ਼ਾਰਟ ਆਊਟ ਕਰ ਲਿਆ, ਤੁਹਾਨੂੰ ਪਤਾ ਲੱਗ ਜਾਣਾ ਕਿ ਮੈਂ ਭਗਤੀ ਕੀਤੀ ਹੈ, ਮਨ ਨਿਰਮਲ ਹੋ ਰਿਹਾ। ਇੱਕ ਸਮਾਂ ਆਉਣਾ ਹੈ ਮਨ ਨਿਰਮਲ ਹੀ ਹੋ ਜਾਣਾ ਹੈ, ਤੇ ਉਹ ਤੇ ਅਵਸਥਾ ਪਰਮਾਤਮਾ ਨੂੰ ਅਨੁਭਵ ਕਰਨ ਦੇ ਲਈ ਸਾਨੂੰ ਪਰਮਾਤਮਾ ਹੀ ਬਣਨਾ ਪਵੇਗਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਕਿਉਂਕਿ ਉਸ ਤੋਂ ਬਿਨਾਂ ਤੁਸੀਂ ਉਹਨੂੰ ਅਨੁਭਵ ਨਹੀਂ ਕਰ ਸਕਦੇ। ਕਿਉਂਕਿ ਉਹ ਠੀਕ ਆ, ਤੁਸੀਂ ਉਹਦਾ ਨਿੱਘ ਮਾਣਦੇ ਜੋ, ਥੋੜਾ ਬਹੁਤਾ ਆਨੰਦ ਲੈ ਕੇ ਫਿਰ ਵਾਪਸ ਡਿੱਗ ਜਾਂਦੇ ਜੋ, ਸੰਸਾਰ ਚ ਮਾਤ ਲੋਕ ਕੇ ਆ ਜਾਂਦੇ ਜੋ। ਪਰ ਅਸਲੀ ਜਿਹੜਾ ਪਰਮਾਤਮਾ ਨੂੰ ਅਨੁਭਵ ਕਰਨਾ ਹੈ, ਉਹਨੂੰ ਸਹਿਜ ਅਵਸਥਾ ਕਿਹਾ ਗਿਆ। ਉੱਥੇ ਫਿਰ ਜੋਤੀ ਜੋਤ ਰਲੀ, ਸੰਪੂਰਨ ਥੀਆਰਾ। ਹਾਂ, ਉਹ ਕੰਮ ਪੂਰਾ ਹੋ ਗਿਆ। ਅਜੇ ਤੁਸੀਂ ਟੱਚ ਕਰਕੇ ਵਾਪਸ ਆ ਰਹੇ ਜੋ, ਉਹਨੂੰ ਹੱਥ ਲਾਉਂਦੇ ਜੋ, ਅੱਧਾ ਘੰਟਾ 10-20 ਮਿੰਟ ਮਿਲਦਾ, ਆਨੰਦ ਲੈ ਕੇ ਫਿਰ ਵਾਪਸ ਇੱਥੇ ਆ ਗਏ ਸੰਸਾਰ 'ਚ। ਫਿਰ ਇਹ ਸੰਸਾਰ ਦਾ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਓਵਰਟੇਕ ਕਰਦੇ ਆ, ਤੁਹਾਨੂੰ ਫਿਰ ਖਿੱਚ ਲੈਂਦੇ ਨੇ। ਆਪਾਂ ਜਾਣਦੇ ਹੱਥ ਲਾ ਕੇ ਆਉਂਦੇ, ਫਿਰ ਇੱਕ ਸਮਾਂ ਆਊਗਾ ਤੁਸੀਂ ਵਾਪਸ ਨਹੀਂ ਆ ਸਕਦੇ, ਉੱਥੇ ਹੀ ਰਹਿ ਜਾਣਾ। ਕਿੱਦਾਂ? ਜਿੱਦਾਂ ਸਮੁੰਦਰ ਦੇ ਵਿੱਚ ਨਦੀ ਲੀਨ ਹੋ ਜਾਂਦੀ ਹੈ, ਉਹਦਾ ਹੀ ਰੂਪ ਹੋ ਜਾਂਦੀ ਉਹ, ਤੇ ਫੇਰ ਹੀ ਤੇ ਅਨੁਭਵ ਕਰ ਸਕਦੀ ਉਹਨੂੰ ਸਮੁੰਦਰ ਨੂੰ ਨਿੱਜਰ ਸਾਹਿਬ। ਬਿਲਕੁਲ। फिर क्योंकि पानी कहती जब हम होते तब तुम नहीं, जब तुम होते तब हम नहीं। जितना चर तक नदी है समझो मिलन नहीं होया। मिलन का मतलब नदी ਉੱਚੀ ਵੜ ਗਈ ਆ, ਉਹਦਾ ਰੂਪ ਹੋ ਗਈ ਆ। ਅਸੀਂ ਰੱਬ ਦਾ ਰੂਪ ਹੋ ਗਏ। ਕੀ ਪਤਾ ਲੱਗੂਗਾ? ਮਨ ਨਿਰਮਲ ਪਿਆ, ਮਨ ਨਿਰਮਲ ਹੋ ਗਿਆ, ਤੇ ਫਿਰ ਕੌਣ ਰਹਿ ਗਿਆ? ਰੱਬ ਹੀ ਤੇ ਰਹਿ ਗਿਆ। ਕਿਉਂਕਿ ਮਲੀਨਤਾ ਹੋਣਾ ਹੀ ਸਾਡੀ ਨਿਸ਼ਾਨੀ ਆ, ਸਾਡੀ ਹਉਮੈ ਦੀ ਨਿਸ਼ਾਨੀ ਹੈ ਨਿੱਜਰ ਸਾਹਿਬ। ਬਿਲਕੁਲ, ਸਾਡੀ ਹੋਂਦ ਹੈਗੀ ਆ। ਹਾਂ, ਗੰਦਗੀ ਦਾ ਮਤਲਬ ਰੱਬ ਨਹੀਂ ਹੈਗਾ, ਉਹ ਅਸੀਂ ਆ। ਤੇ ਜਦੋਂ ਗੰਦਗੀ ਖਤਮ ਹੋ ਗਈ, ਫਿਰ ਤੇ ਸ਼ੀਸ਼ਾ ਸਾਫ਼ ਹੈ। ਸ਼ੀਸ਼ੇ ਤੇ ਜੇ ਸ਼ੀਸ਼ਾ ਹੀ ਹੈ ਨਿੱਜਰ ਸਾਹਿਬ, ਉਹਦਾ ਤੇ ਆਪਣਾ ਹੈ ਹੀ ਕੁਛ ਨਹੀਂ। ਬਿਲਕੁਲ, ਆਤਮਾ ਤੇ ਸ਼ੀਸ਼ਾ ਹੀ ਹੈ ਨਾ। ਹੁਣ ਨਿਰਮਲ ਨਹੀਂ ਆ, ਇਸ ਕਰਕੇ ਉਹਦੇ 'ਚ ਫੋਟੋਆਂ ਪਾਉਂਦੀਆਂ ਪਈਆਂ ਵਾ। ਪਰ ਜਦੋਂ ਨਿਰਮਲ ਹੋ ਗਿਆ, ਫਿਰ ਕਬੀਰ ਸਾਹਿਬ ਕਹਿੰਦੇ ਆ ਕਿ ਉਹ ਰੱਬ ਹੀ, ਉਹ ਸ਼ੀਸ਼ੇ 'ਚ ਰੱਬ ਦਿਖਦਾ ਮੈਨੂੰ, ਮੈਂ ਨਹੀਂ ਹੈਗਾ ਉੱਥੇ। ਕਿਉਂ ਨਹੀਂ ਹੈਗਾ? ਕਿਉਂਕਿ ਔਗਣ ਨਹੀਂ ਹੈਗੇ ਮੇਰੇ ਅੰਦਰ, ਮਲੀਨਤਾ ਹੀ ਖਤਮ ਹੋ ਗਈ। ਆਈ ਐਮ ਜਸਟ ਉਹ ਭਾਸ਼ਾ 'ਚ ਹੋਰ ਦੱਸਣ ਦਾ ਕੋਈ ਤਰੀਕਾ ਹੀ ਨਹੀਂ ਹੈ। ਕਿੱਦਾਂ ਦੱਸਣਗੇ ਕਿ ਮੈਂ ਰੱਬ ਨੂੰ ਜਾਣ ਲਿਆ? ਇਹੋ ਵੀਰ ਕਹਿੰਦਾ ਕਿ ਰੱਬ ਨੂੰ ਜਾਣਿਆ ਕਿਸੇ ਨੇ, ਤੇ ਉਹਨੇ ਫਿਰ ਬਾਣੀ ਨੂੰ ਪੜ੍ਹਿਆ ਨਹੀਂ ਪੜ੍ਹਿਆ। ਉਹਨੇ ਸੁਣਿਆ ਹੋਊਗਾ ਇੱਧਰ ਉੱਧਰ ਦੀਆਂ ਗੱਲਾਂ, ਪਰ ਉਹਨੂੰ ਪਤਾ ਨਹੀਂ। ਕਿਸੇ ਨੂੰ ਰੱਬ ਦੇ ਦਰਸ਼ਨ ਹੋਏ, ਇਹ ਕਿਹੜਾ ਸਵਾਲ ਕਰ ਲਿਆ? ਛੋਟਾ ਬੱਚਾ ਵੀ ਨਹੀਂ ਇਹ ਸਵਾਲ ਕਰਦਾ। ਤੁਸੀਂ ਇਹ ਪੁੱਛੋ ਕਿ ਕਿਸੇ ਨੂੰ ਔਗਣਾਂ ਤੋਂ ਮੁਕਤੀ ਮਿਲੀ ਹੈ? ਇਹ ਸਵਾਲ ਬਣਦਾ ਹੈ। ਰੱਬ ਦੇ ਦਰਸ਼ਨ, ਉਹ ਕਹਿੰਦੇ ਰੂਪ ਨਹੀਂ ਹੈਗਾ, ਰੰਗ ਨਹੀਂ ਹੈਗਾ, ਰੇਖ ਨਹੀਂ ਹੈਗੀ, ਤੇ ਤੁਸੀਂ ਫਿਰ ਕਿੱਦਾਂ ਕਰ ਰਹੇ ਜੋ? ਤੁਸੀਂ ਕਹਿੰਦੇ ਗੁਰੂ ਨਾਨਕ ਦੀ ਬਾਣੀ ਪੜ੍ਹੋ, ਇੱਥੇ ਕਿਸੇ ਕੋ ਪੁੱਛਣ ਦੀ ਲੋੜ ਨਹੀਂ, ਇਹ ਸਾਰਾ ਕੁਝ ਤੇ ਲਿਖਿਆ ਹੈ।
ਤੇ ਪਰ ਆ ਲੈਣ ਨਹੀਂ ਤੁਸੀਂ ਪੜ੍ਹੀ ਕਿ ਰੂਪ ਨਹੀਂ ਹੈਗਾ, ਰੰਗ ਨਹੀਂ ਹੈਗਾ, ਰੇਖ ਨਹੀਂ ਹੈਗੀ, ਤੇ ਤੈਨੂੰ ਦਰਸ਼ਨ ਕਿੱਥੋਂ ਹੋਣਗੇ? ਮੇਜਰ ਸਾਹਿਬ ਇਹ ਸਹੀ ਹੈ? ਬਿਲਕੁਲ ਨਹੀਂ ਹਾਂ ਪਲੀਜ਼, ਇਹੋ ਤੇ ਗੱਲ ਹੈ ਕਿ ਸਵਾਲ ਕਰਨ ਵਾਲੇ ਦਾ ਲੈਵਲ ਪਤਾ ਲੱਗਦਾ ਕਿ ਤੂੰ ਕਿਹੜੇ ਲੈਵਲ ਦਾ ਸਵਾਲ ਕੀਤਾ, ਤੇ ਉਸ ਲੈਵਲ ਉਹ ਗੱਲ ਨਹੀਂ ਬਣਦੀ। ਫਿਰ ਠੀਕ ਹੈ ਜੀ, ਆਪ ਪਲੀਜ਼ ਅੰਡਰਸਟੈਂਡ ਕਰੋ, ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ, ਅਸੀਂ ਤੇ ਤੁਹਾਡੀ ਹੈਲਪ ਕਰਨ ਵਾਸਤੇ ਬੈਠੇ ਹਾਂ। ਸਾਡੀ ਯਾਤਰਾ ਆਪਣੀ ਆ, ਅਸੀਂ ਤੇ ਚੱਲ ਰਹੇ ਹਾਂ। ਅਸੀਂ ਸੋਚਦੇ ਹਾਂ ਕਿ 2-4 ਹੋਰ ਨਾਲ ਵੀ ਰਲ ਜਾਣ। ਇਹ ਸਬੱਬ ਬਣਿਆ, ਰੱਬ ਜਾਣਦਾ ਹੈ, ਕੋਈ ਇੰਟਰਸਟ ਨਹੀਂ, ਕੁਝ ਲੈਣਾ ਦੇਣਾ ਨਹੀਂ। ਇਹ ਉਹਦੀ ਹਿੰਮਤ ਆ ਜੋ ਸਾਨੂੰ ਉਦਮ ਬਖਸ਼ਦਾ ਹੈ। ਕਈ ਵਾਰੀ ਮੌਕਾ ਨਹੀਂ ਮਿਲਦਾ, ਇੱਕ ਅੱਖਰ ਨਹੀਂ ਬੋਲਿਆ ਜਾਂਦਾ, ਇਹ ਸਾਰੇ ਦੇਵਾ ਪੈ ਜਾਂਦਾ। ਕਈ ਵਾਰੀ ਆਪਾਂ ਹਾਜ਼ਰੀ ਲਾ ਲੈਂਦੇ ਹਾਂ। ਇੱਥੇ ਮਕਸਦ ਕੇਵਲ ਇਹ ਆ ਕਿ ਤੁਸੀਂ ਆਪਣੇ ਜੀਵਨ ਦੇ ਪ੍ਰਤੀ ਸੁਚੇਤ ਹੋਵੋ, ਬਸ ਇੰਨੀ ਗੱਲ ਕਹਿਣਾ ਚਾਹੁੰਦਾ। ਜੋ ਮਰਜ਼ੀ ਕਰੋ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ। ਬੇਹੋਸ਼ੀ 'ਚ ਕੰਮ ਨਹੀਂ ਕਰਨਾ, ਜਾਗਣਾ। ਉਦੋਂ ਵੀ ਬਾਣੀ 'ਚ ਕਿਹਾ ਚੇਤਨ ਹੋਣਾ ਹੈ, ਆਪਾਂ ਸੁੱਤਿਆਂ ਜੀਵਨ ਨਹੀਂ ਬਤੀਤ ਕਰਨਾ। ਅੱਜ ਦੀ ਵਿਚਾਰੇ ਇੱਥੇ ਸਮਾਂ। ਬਹੁਤ ਵਧੀਆ ਜੀ, ਬਹੁਤ ਵਧੀਆ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਸਾਨੂੰ ਸ਼ਬਦਾਂ ਦਾ ਥੋੜਾ ਗਿਆਨ ਹੋਰ ਬਖਸ਼ੋ, ਤਾਂ ਜੋ ਇਸ ਸਬਜੈਕਟ ਤੇ ਅਸੀਂ ਹੋਰ ਚੰਗੇ ਤਰੀਕੇ ਨਾਲ ਸੰਗਤ ਦੇ ਸਾਹਮਣੇ ਆਪਣੇ ਵਿਚਾਰ ਰੱਖ ਸਕੀਏ। ਆਪ ਸਾਡੀ ਜ਼ਰੂਰ ਮਦਦ ਕਰਿਆ ਕਰੋ, ਕਿਉਂਕਿ ਇਹ ਸਾਡੀ ਸਧਾਰਨ ਬੁੱਧੀ ਇਸ ਲਾਇਕ ਨਹੀਂ ਹੈ। ਸਾਨੂੰ ਵਿਵੇਕ ਬੁੱਧੀ ਦਿਓ। ਸਧਾਰਨ ਬੁੱਧੀ ਵਧੀਆ ਹੈ ਸੰਸਾਰ ਦੇ ਵਿੱਚ ਪਦਾਰਥ ਪ੍ਰਾਪਤ ਕਰਨ ਦੇ ਲਈ ਮੇਰੇ ਪਿਤਾ, ਪਰ ਬਾਣੀ ਨੂੰ ਸਮਝਣ ਦੇ ਲਈ ਸਾਨੂੰ ਵਿਵੇਕ ਬੁੱਧੀ ਚਾਹੀਦੀ, ਤਾਂ ਜੋ ਅਸੀਂ ਉਸ ਬਾਣੀ ਨੂੰ ਉਸ ਦੇ ਸੱਚ ਰੂਪ 'ਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰੀਏ। ਇਹ ਤੁਹਾਡੀ ਇਹ ਆਸ਼ੀਰਵਾਦ ਤੋਂ ਬਿਨਾਂ ਇਹ ਕੰਮ ਨਹੀਂ ਹੋਏਗਾ। ਔਰ ਮੈਂ ਦਾਸ ਖਾਸ ਕਰਕੇ ਅੱਜ ਤੁਹਾਡੇ ਕੋਲ ਬੇਨਤੀ ਕਰਦਾ, ਮਿੱਥੀ ਨਾ ਜਾਏ ਜਨ ਕੀ ਅਰਦਾਸ ਮੇਰੇ ਪਿਤਾ। ਸਾਡੀ ਅਰਦਾਸ ਜ਼ਰੂਰ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਜੀ ਆਪ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ